16ਵਾਂ PDFA ਅੰਤਰਰਾਸ਼ਟਰੀ ਡੇਅਰੀ ਅਤੇ ਐਗਰੀ ਐਕਸਪੋ ਮਿਤੀ 3-4-5 ਫਰਵਰੀ 2023 ਨੂੰ PDFA ਪ੍ਰਧਾਨ ਸਰਦਾਰ ਦਲਜੀਤ ਸਿੰਘ ਸਦਰਪੁਰ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਕੈਟਲ ਫੇਅਰ ਗਰਾਊਂਡ ਜਗਰਾਉਂ ਵਿਖੇ ਆਯੋਜਿਤ ਕੀਤਾ ਗਿਆ। ਇਸ ਮੇਲੇ ਦੀ ਸ਼ੁਰੂਆਤ ਕਰਦਿਆਂ ਸਰਦਾਰ ਦਲਜੀਤ ਸਿੰਘ ਸਦਰਪੁਰ ਨੇ ਮੇਲੇ ਵਿੱਚ ਪਹੁੰਚੇ ਕਿਸਾਨ ਭਰਾਵਾਂ, ਪਸ਼ੂ ਪਾਲਕਾਂ ਤੇ ਪਸ਼ੂ ਪਾਲਣ ਧੰਦੇ ਨਾਲ ਸੰਬੰਧਿਤ ਕੰਪਨੀਆਂ ਦੇ ਅਧਿਕਾਰੀਆਂ, ਰਾਜਨੀਤਿਕ ਤੇ ਧਾਰਮਿਕ ਆਗੂਆਂ ਦਾ ਸਵਾਗਤ ਕਰਦੇ ਹੋਏ ਸਾਡੀ ਟੀਮ ਨੂੰ ਮੇਲੇ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਇਸ ਮੌਕੇ ਪਸ਼ੂਆਂ ਦੇ ਦੁੱਧ ਚੁਆਈ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਜੇਤੂ ਰਹਿਣ ਵਾਲੇ ਪਸ਼ੂ ਪਾਲਕਾਂ ਨੂੰ ਪਹਿਲੇ ਇਨਾਮ ਵਜੋਂ ਟਰੈਕਟਰ ਦਿੱਤਾ ਗਿਆ। ਮੇਲੇ ਵਿੱਚ ਪਹੁੰਚੀਆਂ ਕੰਪਨੀਆਂ ਵੱਲੋਂ ਪਸ਼ੂ ਪਾਲਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਅਤੇ ਪਸ਼ੂ ਪਾਲਣ ਧੰਦੇ ਨੂੰ ਹੋਰ ਵਧੀਆ ਤਰੀਕੇ ਨਾਲ ਕਰਨ ਲਈ ਜਾਣਕਾਰੀ ਦਿੱਤੀ ਗਈ। ਪੰਜਾਬ ਪਲੱਸ ਚੈਨਲ ਦੀ ਟੀਮ ਨੇ ਇਸ ਮੇਲੇ ਦੀ ਕੋਨੇ-ਕੋਨੇ ਤੋਂ ਕਵਰੇਜ ਕੀਤੀ। ਆਓ ਨਜ਼ਰ ਮਾਰਦੇ ਹਾਂ ਮੇਲੇ ਦੀਆਂ ਝਲਕੀਆਂ ਤੇ। ਲੋਕਾਂ ਨੇ ਕ੍ਰਾਈਸਿਸ ਚੱਲ ਜੋ ਤੁਸੀਂ ਅੱਜ PDFA ਦਾ ਮੇਲਾ ਦੇਖਿਆ, ਕੀ ਕਹਿਣਾ ਚਾਹੋਗੇ ਕਿ ਜੋ એનર્ਜੀ ਤੁਸੀਂ ਦੇਖ ਰਹੇ ਹੋ ਉਹਨਾਂ ਅੱਖਾਂ ਦੇ ਵਿੱਚ ਜਿਹੜੇ ਇਹਨਾਂ ਲੋਕਾਂ ਦੇ ਨਾਲ ਜੁੜੇ ਹੋਏ PDFA ਦੇ ਨਾਲ, ਕੀ ਕਹਿਣਾ ਚਾਹੋਗੇ? ਦੇਖੋ, ਕ੍ਰਾਈਸਿਸ ਤਾਂ ਹੈ ਜੇ ਆਪਾਂ ਸਾਇੰਸ ਤੇ ਸਮੇਂ ਦੇ ਅਨੁਸਾਰ ਨਾਲ ਕੰਮ ਕਰਦੇ। ਹੁਣ ਸਾਇੰਸ ਜਿਹੜੀ ਭਾਵੇਂ ਤੁਸੀਂ ਖੇਤੀਬਾੜੀ ਕਰੋ, ਭਾਵੇਂ ਪਸ਼ੂ ਪਾਲਣ ਕਰੋ, ਭਾਵੇਂ ਡੇਅਰੀ ਕਰੋ, ਜੇ ਤੁਸੀਂ ਸਾਇੰਸ ਤੇ ਨਈ ਟੈਕਨੋਲੋਜੀ ਦੇ ਵਕਤ ਦੇ ਨਾਲ ਨਹੀਂ ਹੋ ਤਾਂ ਫਿਰ ਕੋਈ ਪ੍ਰੋਗਰੈਸ ਨਹੀਂ ਹੋ ਸਕਦੀ। ਔਰ ਅੱਜ ਵਕਤ ਦੀ ਲੋੜ ਹੈਗੀ ਕਿ ਅਸੀਂ ਮੈਕਨਾਈਜੇਸ਼ਨ ਕਰੀਏ, ਮਸ਼ੀਨਰੀ ਦੇ ਉੱਤੇ ਨਿਰਭਰ ਹੋਈਏ। ਜਿਹੜੀ ਨਏ ਫੀਡ ਹੈਗੇ, ਵੱਖਰੇ ਕੈਟੇਗਰੀ ਦੇ ਐਨੀਮਲ ਨੂੰ, ਵੱਖਰੇ ਸਟੇਜ ਦੇ ਐਨੀਮਲ ਨੂੰ ਵੱਖਰਾ ਫੀਡ ਮਿਲਣਾ ਚਾਹੀਦਾ। ਜੇ ਉਹ ਜਬ ਬਣੇਗਾ ਤਾਂ ਦੂਸਰਾ ਮਿਲਣਾ ਹੈ, ਜਦੋਂ ਸੂਣ ਵਾਲਾ ਹੈ ਤਾਂ ਵੱਖਰਾ ਮਿਲਣਾ ਹੈ, ਜਦੋਂ ਦੁੱਧ ਪੀਕ 'ਤੇ ਹੈ ਤਾਂ ਵੱਖਰਾ ਮਿਲਣਾ ਹੈ, ਜਦੋਂ ਪ੍ਰੈਗਨੈਂਟ ਹੋ ਗਿਆ ਤਾਂ ਵੱਖਰਾ ਮਿਲਣਾ ਹੈ। ਤਾਂ ਉਹ ਸਾਰੀ ਇਹ ਜਿਹੜਾ ਹੈਗਾ ਇਹ ਨੀਡ ਬੇਸਡ ਟੈਕਨੋਲੋਜੀ ਹੈਗੀ, ਔਰ ਇਹਦੇ ਨਾਲ ਜੇ ਆਪਾਂ ਨਹੀਂ ਚੱਲਾਂਗੇ ਤਾਂ ਨੁਕਸਾਨ ਹੋਣਾ। ਪਰ ਦੇਖੋ, ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਪੂਰੇ ਦੇਸ਼ ਦੇ ਕਿਸਾਨਾਂ ਨੂੰ ਰਾਹ ਦਿਖਾਉਂਦਾ, ਭਾਵੇਂ ਨੀਲੀ ਗ੍ਰੀਨ ਕ੍ਰਾਂਤੀ ਹੋ, ਹਰੀ ਕ੍ਰਾਂਤੀ ਹੋ, ਭਾਵੇਂ ਦੁੱਧ ਦੀ ਕ੍ਰਾਂਤੀ ਹੋ, ਔਰ ਪੂਰਾ ਦੇਸ਼ ਦਾ ਫਾਰਮਰ ਪੰਜਾਬ ਦੇ ਕਿਸਾਨਾਂ ਵੱਲੋਂ ਦੇਖਦਾ। ਪੀਸੀ ਸਾਹਿਬ ਤਾਂ ਮਤਲਬ ਅਸੀਂ ਕਹਿੰਦੇ ਵੀ ਇਹਨਾਂ ਤੋਂ ਅਸੀਂ ਬਹੁਤ ਕੁਝ ਸਿੱਖਦੇ ਹਾਂ। ਅਤੇ ਇਹ ਕਿਉਂਕਿ ਫਾਰਮਰਾਂ ਦਾ ਸ਼ੋਅ ਆ, BC ਸਾਹਿਬ ਵੀ ਗਰਾਊਂਡ ਨਾਲ ਜੁੜੇ ਹੋਏ ਆ, ਅਤੇ ਸਾਡਾ એનર્ਜੀ ਲੈਵਲ 'ਤੇ ਜਦੋਂ ਸ਼ੋਅ ਹੁੰਦਾ ਵੈਸੇ ਹੀ એનર્ਜੀ ਰਹਿੰਦੀ। ਡੇਅਰੀ ਫਾਰਮਰ ਦੇ ਵਿੱਚ ਤਾਂ એનર્ਜੀ ਘਟਦੀ ਨਹੀਂ ਹੈ ਕਦੇ ਵੀ, ਕਿਉਂਕਿ ਸ਼ੋਅ ਹੀ ਸਾਡਾ ਆਪਣੇ ਫਾਰਮਰਾਂ ਲਈ ਕਰਦੇ ਆ। ਅਤੇ ਚਾਅ ਵੀ ਹੁੰਦਾ, ਸਾਡੇ ਫਾਰਮਰ ਬਰੀਡ ਵਧੀਆ ਲੈ ਕੇ ਆਉਂਦੇ, ਵਧੀਆ ਕੰਪੀਟੀਸ਼ਨ ਹੁੰਦੇ ਆ, ਐਗਜ਼ੀਬਿਸ਼ਨ 'ਚ ਬਹੁਤ ਕੁਝ ਸਿੱਖਦੇ ਆ, ਇਸ ਕਰਕੇ ਵਧੀਆ ਹੀ ਜੀ। ਸਰ, ਸਰਕਾਰਾਂ ਨੂੰ ਮਿਲਟਸ ਵਾਲੇ ਪਾਸੇ ਵੀ ਆ ਰਹੀਆਂ, ਤੇ ਜੇ ਅਗਰ ਉਹ PDFA ਨੂੰ ਸਿੱਧੀ ਅਪਰੋਚ ਕਰ ਲੈਣ ਤਾਂ ਮੇਰਾ ਖਿਆਲ ਦਾ ਮਿਲਟਸ ਵੀ ਜਿਹੜੇ ਹੈਗੇ ਆ ਉਹ ਬੜੀ ਦੇਰ ਨਹੀਂ ਲੱਗੂਗੀ ਜਦੋਂ ਮਿਲਟਸ ਪੰਜਾਬ 'ਚ ਆ ਜਾਣਗੇ। ਨਹੀਂ, ਚਲੋ ਸਰਕਾਰਾਂ ਦੇ ਕੰਮ ਸਰਕਾਰਾਂ ਨੇ ਕਰਨੇ, ਸਾਡਾ ਕੰਮ ਆ ਡੇਅਰੀ ਵਾਲਾ ਹੀ ਆਪਦਾ ਕਰ ਰਹੇ ਹੈ। ਵਾਹਿਗੁਰੂ ਜੀ ਫਤਿਹ। ਅਸੀਂ ਕੈਨੇਡਾ ਤੋਂ ਆਏ ਹਾਂ, ਪ੍ਰਧਾਨ ਸਾਹਿਬ ਦੇ ਬੇਲੀ ਆ ਜੀ, ਇਹ ਸਾਡੇ ਕੋਲ ਜਾਂਦੇ ਆਉਂਦੇ ਰਹਿੰਦੇ ਆ। ਅੱਜ ਅਸੀਂ ਉੱਥੇ ਵੀ ਮੇਲੇ ਵਹਿੰਦੇ ਰਹਿੰਦੇ ਆ, ਵੱਖ-ਵੱਖ ਕਿਸਮ ਦੇ ਮੇਲੇ ਹੁੰਦੇ ਆ, ਪਰ ਅੱਜ ਦਾ ਜਿਹੜਾ ਮੇਲਾ ਹੈ ਇਹ ਵਿਲੱਖਣ ਹੈ ਜੀ। ਸਾਰੇ ਮਤਲਬ ਆਪਣੇ ਦੇਸ਼ ਦਾ ਮੇਲਾ ਹੈ, ਅਤੇ ਅਸੀਂ ਗੇੜਾ ਵੀ ਕੱਢ ਕੇ ਆਏ ਹਾਂ, ਅਤੇ ਬਹੁਤ ਮਤਲਬ ਦੇਖਣ ਨੂੰ ਮਿਲਦਾ ਕੁਛ ਮਸ਼ੀਨਾਂ ਅਤੇ ਹੋਰ ਜੋ ਕੁਛ ਇੱਥੇ ਆਇਆ। ਇਹ ਸਾਰਾ ਡਾਇਰੈਕਟਰ ਸਾਹਿਬ ਦੀ ਅਤੇ ਪ੍ਰਧਾਨ ਸਾਹਿਬ ਦੀ, ਸਦਰਪੁਰੇ ਦੇ ਸਾਹਿਬ ਪਿਆਰ ਨਾਲ ਆਇਆ। ਅਸੀਂ ਵੀ ਇੱਥੋਂ ਇਹਨਾਂ ਦੇ ਪਿਆਰ 'ਚ ਹੀ ਆਏ ਹਾਂ। ਅਸੀਂ ਇਹਨਾਂ ਦੇ ਫੋਟੋ ਹੋਰ ਕਰਕੇ ਉੱਥੇ ਆਪਦੀ ਕੈਨੇਡਾ 'ਚ ਵਿਖਾਵਾਂਗੇ। ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਪ੍ਰੈਸ ਵਾਲਿਆਂ ਦਾ। ਅਸੀਂ ਉੱਥੇ ਪ੍ਰੈਸ ਦਾ ਕੰਮ ਕਰਦੇ ਹਾਂ, ਪ੍ਰੈਸ ਰਿਪੋਰਟਰ ਹਾਂ। ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ, ਸਦਰਪੁਰੇ ਜੀ ਦਾ ਧੰਨਵਾਦ ਕਰਦੇ ਹਾਂ, ਡਾਇਰੈਕਟਰ ਸਾਹਿਬ ਦਾ ਸਾਰਾ ਧੰਨਵਾਦ ਕਰਦੇ ਹਾਂ, ਕਿਉਂਕਿ ਇਹਨਾਂ ਨੇ ਬੜੇ ਹੀ ਉਦਮ ਨਾਲ ਇਹ ਦੱਸਦੇ ਆ ਵੀ ਪਤਾ ਲੱਗਾ ਵੀ ਇਹ ਸਭ ਤੋਂ ਵੱਡਾ ਮੇਲਾ ਹੈ देश का। धन्यवाद। वाहिगुरु जी का खालसा वाहिगुरु जी। पूरा एक्साइटमेंट में बेटा क्या कहना चाहेंगे कि आपके फील्ड के साथ जो अटैच हैं वही PDFA मेला है, कैसा लग रहा है, क्या कहना चाहेंगे? बहुत अच्छा। कहाँ से हैं आप लोग? हम लुधियाना कटवा से। बठिंडा। How are you feeling? Very good. Enjoying? Yes sir।
अपने ये कैलेंडर जो है स्पेसिफिकली फर्टिलिटी कैलेंडर इसका हमने नाम रखा हुआ है। फर्टिलिटी कैलेंडर मतलब कैसा, आपको सारी जानकारी जो है फर्टिलिटी एनिमल के लिए रखने के लिए जो लगती है वो इसमें हमने मेंशन की है। जैसे कि सपोज आज 1 जनवरी है, तो आज 1 जनवरी को आपकी गाय या भैंस अगर हीट पे आती है तो हमने यहाँ, और आप डॉक्टर को बुला के उसको कंसीव कराते हो, तो हमने यहाँ पे डेट लिख के दी है कि ये 9 तारीख को नवंबर महीने में डिलीवरी करेगी, और अगर भैंस होगी तो 7 नवंबर को ये आपकी डिलीवरी कर देगी। तो ऐसे हमने यहाँ पे दोनों डेट मेंशन करके रखी है। और अगर आप इसको यहाँ पे भराते नहीं हो डॉक्टर की तरफ से, गलती से आपसे छूट जाती है, तो हमने ये अगली बार हीट पे कब आएगी इसकी डेट यहाँ पे 21 तारीख लिख के रखी हुई है। तो इसके हेल्प से आप एग्जैक्टली पता लगा सकते हो कि आपकी गैया कब हीट पे आने वाली है, कब डिलीवरी करने वाली है, और अगर डिलीवरी नहीं हुई है तो आप उसको नेक्स्ट टाइम उसको आपको भरना कब है। तो इसकी ऐसी पूरी जानकारी हमने इस कैलेंडर में रखी हुई है। आपको ये कैलेंडर आपके फार्म पे ब्रीडिंग के लिए प्रॉपर्ली हेल्प करेगा। डेट्स आपको अच्छे से मिल जाएंगी, और आपकी जो डेट्स पार्टिशन की है वो भी हमने इसमें लिखी हुई है, तो आपको एग्जैक्ट रिकॉर्ड रखने के लिए हेल्प करेगा। ਸਫਾਈ ਵਾਲੀਆਂ ਬੀਬੀਆਂ ਵੀ ਸਫਾਈ ਵਾਲੀਆਂ ਇਹ ਵੀ ਮੇਲਾ ਦੇਖਣ ਲੱਗ ਜਾਂਦੇ ਆ, ਵਿੱਚ ਨੂੰ ਜੀ ਕਰਨ ਲੱਗ ਜਾਂਦਾ ਇਹਨਾਂ ਦਾ ਵੀ, ਭੁੱਲ ਜਾਂਦੇ ਆ ਇਹ ਵੀ ਕੰਮ ਕਾਰਜ ਆਪਣਾ। ਕੋਈ ਗੱਲ ਨਹੀਂ, ਜਿਹੜੇ ਯੂਟਿਊਬਰ ਹੈ ਜੀ ਉਹਨਾਂ ਨੂੰ ਬੇਨਤੀ ਆ ਕਿ ਸਾਰੀ ਗੱਲ ਦਾ ਧਿਆਨ ਰੱਖਿਓ, ਤੁਹਾਡਾ ਕੰਮ ਵੀ ਹੋ ਜਾਵੇ ਸਾਡਾ ਵੀ ਹੋ ਜਾਵੇ। ਤਾੜੀਆਂ ਮਾਰ ਦਿਓ ਜੀ। ਬੋਲੋ ਜੀ ਬੋਲੋ। 10ਵਾਂ ਨੰਬਰ ਜੀ, ਕਿੰਨਾ ਨੰਬਰ ਟੈਗ ਹੈ ਜੀ? ਟੈਗ ਬੋਲ ਬਈ। 817 ਜੀ। 817 ਨੰਬਰ 817 ਜਸਵੰਤ ਸਿੰਘ ਨੂਰਪੁਰ ਹਕੀਮਾ ਜੀ 10ਵਾਂ ਨੰਬਰ ਹੈ ਜੀ। ਇਸੇ ਚੈਨਲ ਤੋਂ ਪ੍ਰੈਸ ਤੋਂ YouTube ਸਾਨੂੰ ਪਹਿਲਾਂ 10ਵਾਂ ਨੰਬਰ ਹਾਸਲ ਕੀਤਾ ਜੀ, ਸ਼ੋਅ ਨੰਬਰ 823 ਮੁੰਡਾ 823 ਜੀ। 9ਵਾਂ ਨੰਬਰ 823 ਮਾਰ ਦਿਓ ਤਾੜੀਆਂ ਜੀ। 823 ਲਖਵਿੰਦਰ ਸਿੰਘ, ਲਓ ਜੀ ਇਹਨਾਂ ਦਾ ਨੰਬਰ ਆ ਗਿਆ ਜੀ 9ਵਾਂ। 8ਵਾਂ ਨੰਬਰ ਜੀ ਲਿਖੋ ਵੀ ਨਾਲ ਦੀ ਨਾਲ, ਜਿਹੜੇ ਲਿਖਣ ਵਾਲੇ ਕਮੇਟੀ ਵਾਲੇ ਬਈ ਕੋਲ ਹੋ ਕੇ ਸਿਕੰਦਰ ਸਿੰਘ ਕੋ ਚੱਕੋ ਕਾਗਜ਼ ਪੈਨ। ਜੀ ਮਾੜਾ ਜਿਹਾ ਕਮੇਟੀ ਵਾਲਿਆਂ ਨੂੰ ਬੇਨਤੀ ਹੈ ਕਿ ਆਪਾਂ ਵੀ ਖੜ ਕੇ ਜੇ ਤੁਰਦੇ ਫਿਰਦੇ ਜੇ ਰਹੀਏ ਬਸ ਚਸਕਾ। ਸੋ ਰੋਡੇ ਵਾਲਿਆਂ ਦੇ 7ਵਾਂ ਨੰਬਰ ਹਾਸਲ ਕੀਤਾ ਜੀ, ਸ਼ੋਅ ਨੰਬਰ 907 907 900 ਤਾੜੀਆਂ ਮਾਰ ਦਿਓ ਜੀ। 907 ਨੰਬਰ ਕੁਲਵਿੰਦਰ ਸਿੰਘ ਭਗਵਾਨਪੁਰਾ। ਕੁਲਵਿੰਦਰ ਸਿੰਘ ਕਈ ਘਰੇ ਜੱਟ ਬੈਠਕਾਂ ਮਾਰੀ ਜਾਂਦੇ, ਉਹੀ ਜਿਹੜਾ ਮੈਦਾਨ ਚ ਆ ਗਿਆ। ਨੰਬਰਾਂ ਦਾ ਕੋਈ ਚੱਕਰ ਨਹੀਂ। ਤਾੜੀਆਂ ਮਾਰ ਦਿਓ ਜੀ। ਮਾਰੋ ਜੀ ਮਾਰੋ। ਚੌਥਾ ਨੰਬਰ ਸ਼ੋਅ ਨੰਬਰ ਬਹੁਤ ਮਿਹਨਤ ਕਰਦਾ ਪਰਿਵਾਰ, ਇਹ ਸਾਂਝਾ ਪਰਿਵਾਰ। ਜੱਜੇ ਨਾਇਕ ਬਾਕਮਾਲ ਨਮੂਨਾ। ਜੱਜੇ ਗਾਬਾ ਸਾਰਿਆਂ ਨੇ ਅੱਗੇ ਵੀ ਦੇਖੀ ਆ, ਕਿੰਨੇ ਫੋਕਸਾ ਹੋ ਦੋਨਾਂ ਜੱਜਾਂ ਨੂੰ ਦੁਨੀਆ ਭੁੱਲੀ ਪਈ ਆ। ਮਤਲਬ ਸੈਕੰਡ ਪਹਿਲਾ ਜੀ, ਸੈਕੰਡ ਦੇ ਲਈ, ਸੈਕੰਡ ਦੇ ਲਈ ਜੀ, ਸੈਕੰਡ ਦੇ ਲਈ ਇਹਦਾ ਸ਼ੋਅ ਨੰਬਰ ਹੈਗਾ ਜੀ 841। ਮਾਰੋ ਜੀ ਤਾਲੀਆਂ। 841 ਨੰਬਰ ਗੁਰਪ੍ਰੀਤ ਸਿੰਘ ਚੀਮਰਾ ਜੀ, ਜੋ ਦੇਵੀ ਦਰਸ਼ੀ ਦੇ ਵਿੱਚ
थोड़ा पीछे होना ਅੱਛਾ ਉਹਨਾਂ ਨੂੰ ਰਿਕੁਐਸਟ ਆ ਘੁੰਮਦੇ ਰਹਿਣ ਤਾਂ ਕਿ ਜਿਹੜੇ ਲੋਕ ਬਾਹਰ ਬੈਠੇ ਆ ਉਹ ਦੇਖ ਸਕਣ ਤੇ ਫਸਟ ਤੇ ਸੈਕਿੰਡ Prefer the slope from her hooks to pins. She is lower in the back pin is to count for second.
ਇਸ 'ਚ ਮੈਂ ਸਮਝਦਾ ਵੀ ਸਭ ਤੋਂ ਵੱਡਾ ਯੋਗਦਾਨ ਸਰਦਾਰ ਦਲਜੀਤ ਸਿੰਘ ਸਦਰਪੁਰਾ, ਜਿਹੜੇ PDFA ਪ੍ਰਧਾਨ ਅੰਤਰਰਾਸ਼ਟਰੀ ਮੇਲਾ ਕਰਵਾਉਂਦੇ ਆ, 16ਵਾਂ ਸ਼ੋਅ ਆ ਇਹ। ਤਾਂ ਇਹਨਾਂ ਦੀ ਜਿਹੜੀ ਟੀਮ ਵੀ ਹੈ, ਇਹਨਾਂ ਦੇ ਨਾਲ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਹੈ, ਇਹ ਇੱਕ ਸਮੁੱਚਾ ਪਰਿਵਾਰ ਹੈ, ਸਾਫ ਸੁਥਰੇ ਔਰ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਹੈ। ਇਹਨਾਂ ਨੇ ਇਕੱਲਾ ਆਪਦਾ ਡੇਅਰੀ ਵਿਭਾਗ ਨਹੀਂ ਖੜਾ ਕੀਤਾ, ਇਹਨਾਂ ਨੇ ਸਮਾਜ ਨੂੰ ਸ਼ੁੱਧ ਦੁੱਧ ਦੇਣ ਦਾ ਵੀ ਇੱਕ ਵਚਨਬੱਧ ਕੀਤਾ ਹੋਇਆ ਔਰ ਇਹ ਕਰਦੇ ਵੀ ਹੈ। ਤੁਸੀਂ ਪਿੱਛੇ ਸ਼ਾਇਦ ਇਹਨਾਂ ਦੀਆਂ ਖਬਰਾਂ ਦੇਖੀਆਂ ਹੋਣਗੀਆਂ, ਤਾਂ ਇਹਨਾਂ ਨੇ ਕਾਫੀ ਥਾਵਾਂ 'ਤੇ ਛਾਪੇ ਮਾਰੇ ਆ। ਤੁਸੀਂ ਦੇਖੋ ਡੁਪਲੀਕੇਟ ਦੁੱਧ ਤਿਆਰ ਹੋਣਾ, ਇਹ ਜ਼ਿੰਮੇਵਾਰੀ ਤਾਂ ਸਰਕਾਰਾਂ ਦੀ ਜਾਂ ਜਿਹੜੇ ਉਹਨਾਂ ਦੇ ਅਦਾਰੇ ਬਣਦੇ ਆ ਉਹਨਾਂ ਦੀ ਬਣਦੀ ਹੈ, ਪਰ ਇਹ ਪ੍ਰਾਈਵੇਟ ਅਦਾਰਾ ਇੱਕ ਆਪਦਾ ਰਿਸਕ ਲੈ ਕੇ ਪਰਿਵਾਰਾਂ ਦੇ ਨਾਲ ਟਸਲ ਵੀ ਪੈ ਜਾਂਦੀ, ਅੱਜ ਕੱਲ੍ਹ ਲੜਾਈਆਂ ਹੁੰਦੀਆਂ, ਫਿਰ ਵੀ ਇਹਨਾਂ ਨੇ ਸਾਡੇ ਬੱਚਿਆਂ ਨੂੰ ਸਾਡੇ ਲਈ ਵਧੀਆ ਦੁੱਧ ਸ਼ੁੱਧ ਦੇਣ ਵਾਸਤੇ ਇੰਨਾ ਵੱਡਾ ਕਦਮ ਚੱਕਦੇ ਆ। ਫਿਰ ਜਿਹੜੀ ਤੁਸੀਂ ਨੌਜਵਾਨੀ ਦੀ ਗੱਲ ਕਰਦੇ ਆ, ਤੁਸੀਂ ਇਹਨਾਂ ਦੇ ਕਿਤੇ ਸੈਮੀਨਾਰ 'ਚ ਆ ਕੇ ਦੇਖਿਆ ਕਰੋ ਜੀ ਵੀ ਕਿੰਨੇ ਨੌਜਵਾਨ ਬੱਚੇ ਆਉਂਦੇ ਆ, ਕਿੰਨੀ ਉਹਨਾਂ ਨੂੰ ਇਹ ਸੇਧ ਦਿੰਦੇ ਆ, ਕਿੰਨੇ ਵਧੀਆ ਤਰੀਕੇ ਨਾਲ ਉਹਨਾਂ ਨੂੰ ਗਾਈਡ ਕਰਦੇ ਆ। ਫਿਰ ਤੁਸੀਂ ਇਹ ਦੇਖੋ ਵੀ ਆਮ ਘਰਾਂ ਦੇ ਵਿੱਚ 5 ਡੰਗਰ ਰੱਖੇ ਆ, ਉਹਨਾਂ ਦਾ ਕਲੇਸ਼ ਪੈਂਦਾ ਰਹਿੰਦਾ, ਅੱਜ ਪੱਠੇ ਪਾ ਲਓ, ਪਾਣੀ ਪਿਆ ਦਿਓ, ਆਹ ਕਰ ਲਓ, ਉਹ ਕਰ ਲਓ। ਇਹਨਾਂ ਨੇ 300 ਗਾਂ, 2 ਬੱਚੇ, 2 ਬੰਦੇ ਸਾਂਭ ਰਹੇ ਆ। ਦੇਖੋ ਕਿੱਡੀ ਵੱਡੀ ਗੱਲ ਆ, ਇਹ ਕੋਈ ਛੋਟੀ ਨਹੀਂ। प्रोग्रेसिव डेयरी फार्मर्स एसोसिएशन के अध्यक्ष सरदार दलजीत सिंह जी
मेरे किसान भाइयों, विभिन्न राज्यों से आए हुए किसान भाई, विभिन्न राज्यों से आए हुए सरकारी कर्मचारीगण, एग्जिबिटर्स, आप सबको बहुत बहुत धन्यवाद। अभूतपूर्व एग्जीबिशन और एक्सपो में भाग लेने के लिए मुझे बताया गया है कि ये एक्सपो पिछले 15 सालों से चल रहा है। ये 16वां एग्जिबिट है और इसमें हर साल जो पंजाब की जो डेयरी सेक्टर की जो प्रोडक्टिविटी है उसमें बहुत इजाफा किया जा रहा है। इस बार जो पहला प्राइज विनर है उसमें 72 किलो पर डे का एक रिकॉर्ड। भारत सरकार कई चीज़ें कर रही हैं डेयरी सेक्टर में, लेकिन आपके भी कुछ इश्यूज हैं जिनके बारे में दलजीत सिंह ने काफ़ी मुझे बताया। कहते हैं या देरी आती है, जो डिजीज़ फ्री जोन्स हमने क्रिएट कर रहे हैं, FMD फ्री जोन्स, ताकि हमारे वैक्सीनेशन प्रोग्राम्स के जरिए हम अपना एक्सपोर्ट बढ़ा सकें। और आपके लिए और भी जो इश्यूज हैं जैसे एडल्टरेशन के इश्यूज हैं, जिसमें हमें काफ़ी कड़ाई देने की ज़रूरत है ताकि जो जेन्युइन फार्मर है उसको उसके प्रोडक्शन का सही भाव मिल सके, और जो एडल्टरेटेड मिल्क प्रोडक्ट्स हैं उनको हम कंट्रोल कर सकें। इसके अलावा इस सेक्टर में हमें क्या करना है, क्रेडिट के फॉर्म में, सब्सिडी के फॉर्म में और कोऑपरेटिव्स को बढ़ावा देने के फॉर्म में, उस सब के बारे में उन्होंने चर्चा की और उन सब चीज़ों पे भारत सरकार अपनी तरफ से पूरा ध्यान देगी और समस्याएं को रिजॉल्व करने की, परिहार करने की हम पूरी कोशिश करेंगे। आज के प्रतियोगिताओं में जो विजेता हैं उन सबको एक बार फिर मैं बधाई देता हूं, शुभकामनाएं देता हूं। आप सबको मेरी तरफ से एक बार फिर शुभकामनाएं। जय हिंद। जॉन डियर ट्रैक्टर फर्स्ट इनाम कोर्स महिला हरियाणा गुलाबगढ़ 72 लीटर 60 ग्राम ਹੁਣ तक ਦਾ इंडिया ਦਾ रिकॉर्ड ਉੱਪਰ ਵਾਲਾ ਸਭ ਤੋਂ। रहे हो आज मेले पे गुजरात से? नहीं सर, मैं 2011 से आ रहा हूँ। 2011 से जी। कैसा लग रहा है आपको? जैसे आप देख रहे हैं कि यहाँ भांत भांत के लोग हैं, भांत भांत की चीज़ें हैं और नई नई जो है क्रिएटिविटी है यहाँ पर। सर इससे ना जो PDF से हमसे बहुत बड़ा फ़ायदा हुआ है कि उसकी वजह है हम हर साल इंतज़ार करते हैं कि PDF कब लगता है, हर साल में उसके लिए हम इंतज़ार करते हैं। और हमको है ना एक नस्ल काऊ में हमको बहुत बड़ा फ़ायदा हुआ। उसमें है ना हमारी जो नस्ल है वो अच्छी, जो हमारे पास काऊ जो थी वो अच्छी नस्ल वाली नहीं थी। अभी यहाँ आने के बाद मालूम पड़ा हमारे पास किस नस्ल की गाय होनी चाहिए, कितना दूध देना चाहिए और क्या उसको फीड देना चाहिए, क्या उसको चारा देना चाहिए, ये सब यहाँ से आने के बाद हमको पता चला सब। और जो मक्की के चार का साइलेज है वो लगता है आपको कि उधर भी अब ये धीरे धीरे जो होने लगे है? सर वो है ना मक्के का जो साइलेज है ना, वो साइलेज तो है ना फर्स्ट नंबर पहला पंजाब का ही आता है।
हाँ, हम वहाँ पे लोकल खिलाते हैं, लेकिन हमको जैसा चाहिए वैसा हमको साइलेज नहीं मिलता है। तो पंजाब से मिलता है? पंजाब से ही मिलता है, भले हमको उसका पैसा ज़्यादा लगता है, लेकिन पंजाब से ही साइलेज लेके जाते हैं। और कैसा रहा आपका यहाँ का सफ़र, कैसा रहा, कैसे ये लोगों की हॉस्पिटैलिटी कैसे है? आप 13 साल से आ रहे हैं, आपको लगता है कि हर साल ये लोग और ज़्यादा सम्मान करते हैं अतिथियों का? सर देखो, हर इतना रिस्पेक्ट करते हैं हमारा, हर बात में हमको सहकार देते हैं कि भाई तुम आओ और तुम पीडीएफ में साथ में हमारा है ना मेंबरशिप लो और हमारे साथ जुड़ो, और जो सहाय मिलती है, जो फ़ायदा होता है आप तक पहुँचेगा। भाई मज़ा आया अगर यहाँ? बेहतरीन मजा है और ऐसे लग रहा है जैसे टूर पे आए हो हम लोग। बहुत बहुत वैसा जो है ਦੀ ਫਰੰਟ ਆਫਿਸ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਪੀਡੀਐਫ ਨਾਲ ਲੋਕਾਂ ਨੂੰ ਜੋੜ ਰਹੇ ਹੋ, ਵੀਰ ਜੀ ਕੀ ਫਾਇਦਾ ਜੁੜਨ ਦਾ? ਵੈਸੇ ਤਾਂ ਅਸੀਂ ਮੈਨੂੰ ਵੀ ਸੁਣ ਹੀ ਲਿਆ ਸਾਰੀ ਗੱਲਬਾਤ ਵੀ ਜਿਹੜਾ ਬੰਦਾ ਇੱਕ ਵਾਰੀ ਪੀਡੀਐਫ ਦੇ ਨਾਲ ਜੁੜ ਜਾਂਦਾ ਹੈਗਾ, ਕਿਵੇਂ ਉਹਨੂੰ ਆਪਣੇ ਆਪ ਹੀ ਜਿਹੜੀਆਂ ਹੈਗੀਆਂ ਬਰਕਤਾਂ, ਆਪਣੇ ਆਪ ਹੀ ਉਹਨੂੰ ਹਰ ਚੀਜ਼ ਦੀ ਨੌਲੇਜ ਆਉਣੀ ਸ਼ੁਰੂ ਹੋ ਜਾਂਦੀ ਆ, ਔਰ ਪਸ਼ੂ ਪਾਲਣ ਦੇ ਵਿੱਚ ਔਰ ਖੇਤੀਬਾੜੀ ਕਰਨ ਦੇ ਵਿੱਚ ਬਹੁਤ ਵੱਡਾ ਸਹਾਇਕ ਹੈਗਾ ਪੀਡੀਐਫ। ਵੀਰ ਜੀ ਪੀਡੀਐਫ ਇੱਕ ਐਡੀ ਵੱਡੀ ਪਰਿਵਾਰ ਬਣ ਗਿਆ ਇਹ, ਬਹੁਤ ਵੱਡਾ, ਤੇ ਪੂਰੇ ਇਕੱਲਾ ਇੰਡੀਆ ਵਿੱਚ ਨਹੀਂ ਪੂਰੇ ਵਰਲਡ ਵਿੱਚ ਇਹ ਫੈਲ ਗਿਆ ਇਹ। ਜਿਸ ਤਰ੍ਹਾਂ ਸਾਡੀਆਂ ਗਾਵਾਂ ਦੇ ਕੰਪੀਟੀਸ਼ਨ ਹੋ ਰਹੇ ਨੇ, ਬਰੀਡ ਸਾਡੀ ਪੀਡੀਐਫ ਤਿਆਰ ਕਰਦੀ ਹੈ, ਅਸੀਂ ਬਾਹਰ ਦੇ ਤੁਸੀਂ ਦੇਖਿਆ ਹੋਇਆ ਗੁਜਰਾਤ ਦੇ ਆਏ ਹੋਏ ਨੇ, ਹੋਰ ਸਟੇਟਾਂ ਦੇ ਆ ਰਹੇ ਨੇ, ਕੇਰਲਾ ਤੱਕ ਦੇ, ਸਾਰੀ ਤਕਰੀਬਨ ਇੰਡੀਆ ਦੀ ਹਰ ਇੱਕ ਸਟੇਟ ਦਾ ਬੰਦਾ ਆਇਆ ਜੀ ਇਸ ਵਾਰ ਮੇਲੇ ਤੇ ਉਹ ਇੰਨਾ ਜ਼ਿਆਦਾ ਖੁਸ਼ ਹੋਏ ਨੇ ਗਾਵਾਂ ਦੀ ਮਿਲਕਿੰਗ ਦੇਖ ਕੇ, ਬੱਚੀਆਂ ਦੇਖ ਕੇ, ਤੇ ਸੀਮਨ ਜਦੋਂ ਹੁਣ ਅਸੀਂ ਜਿਹੜਾ ਟਰੈਕਟਰ ਦੇ ਨਾਮ 'ਚ ਰੱਖਿਆ ਇਹਨੂੰ ਦੇਖ ਕੇ ਇੰਨਾ ਜ਼ਿਆਦਾ ਉਤਸ਼ਾਹ ਹੋਏ ਨੇ, ਬਹੁਤ ਜ਼ਿਆਦਾ, ਤੇ ਹਰ ਇੱਕ ਖੁਸ਼ ਆ ਜੀ ਪੀਡੀਐਫ ਨਾਲ ਜੁੜ ਕੇ, ਵੀ ਕਹਿੰਦੇ ਸਾਨੂੰ ਫਾਇਦਾ ਬਹੁਤ ਜ਼ਿਆਦਾ ਹੋ ਰਿਹਾ। ਜਿਸ ਤਰ੍ਹਾਂ ਹੁਣ ਤੁਹਾਡਾ ਇੱਕ ਮੈਂਬਰ ਬੰਦਾ ਬਣਦਾ ਜੀ ਤਾਂ ਉਹਨੂੰ ਮੈਸੇਜ ਦੀ ਸੁਵਿਧਾ ਵੀ ਹੈ ਜੀ, ਮੈਸੇਜ ਜਾਂਦਾ ਉਹਦੇ ਕੋਲ ਵੀ ਕਦੋਂ ਸੀਮਨ ਮਿਲਣਾ ਜੀ, ਕਦੋਂ ਸੈਮੀਨਾਰ ਹੋਣਾ, ਤੇ ਸਾਰਾ ਮੈਂਬਰਸ਼ਿਪ ਜਦੋਂ ਲੈ ਲੈਂਦੇ ਉਹਨੂੰ ਫਾਇਦਾ ਬਹੁਤ ਜ਼ਿਆਦਾ ਹੋ ਜਾਂਦਾ। ਜਿਸ ਤੋਂ ਪੀਡੀਐਫ ਦੇ ਨਾਲ ਪੀਡੀਐਸ ਹੈ ਸਾਡੀ, ਉਹਦੇ ਵਿੱਚ ਡਾਕਟਰ ਵੀ ਨਹੀਂ ਅਵੇਲੇਬਲ ਨੇ, ਜੇ ਕਿਸੇ ਨੂੰ ਫਾਰਮ 'ਤੇ ਦਿੱਕਤ ਆਉਂਦੀ ਹੈ, ਸਾਈਲੇਜ ਦੀ ਦਿੱਕਤ ਆਉਂਦੀ ਹੈ ਤਾਂ ਉਹ ਜਾ ਕੇ ਚੈੱਕ ਕਰਦੇ, ਫੀਡ ਦਾ ਫਾਰਮੂਲਾ ਬਣਾਉਣਾ ਜੀ ਤਾਂ ਉਹਦੇ ਬਾਰੇ ਵੀ ਉਹ ਜਾ ਕੇ ਨੌਲੇਜ ਦਿੰਦੇ ਨੇ ਜੀ। ਅੱਛਾ, ਦੂਜੀ ਸਾਈਲੇਜ ਦਾ ਜਿਹੜਾ ਟੈਸਟ ਆ ਉਹ ਫ੍ਰੀ ਆਫ ਕਾਸਟ ਆ ਜੀ, ਕੋਈ ਪੈਸਾ ਨਹੀਂ ਲਿੱਤਾ ਜਾਂਦਾ ਜੀ। ਡਾਕਟਰ ਦੀ ਟੀਮ ਜੋ ਵੀ ਜਾਂਦੇ ਨੇ ਸਾਡੇ ਮਾਹਿਰ, ਉਹ ਕੋਈ ਪੈਸਾ ਨਹੀਂ ਲਿਆ ਜਾਂਦਾ, ਸਭ ਫ੍ਰੀ ਹੋ ਰਿਹਾ ਜੀ। ਇਸੇ ਕਰਕੇ ਮੈਂਬਰਸ਼ਿਪ ਹਰ ਇੱਕ ਬੰਦਾ ਬਣਨ ਲਈ ਉਤਸ਼ਾਹ ਹੋ ਰਿਹਾ ਜੀ। ਵੀਰ ਜੀ ਕੀ ਸੋਚੀਏ, ਜਿਹੜਾ ਬੰਦਾ ਪਹਿਲਾਂ ਜੁੜ ਜਾਂਦਾ ਪੀਡੀਐਫ ਨਾਲ, ਉਹ ਪਹਿਲਾਂ ਲਾਲੀਆਂ ਜਿਹੀਆਂ ਗੱਲਾਂ ਤੇ ਲੈ ਆਉਂਦਾ, ਹੁਣ ਤੁਹਾਨੂੰ ਤਾਂ ਮੇਰਾ ਖਿਆਲ ਆ ਵੀ ਇੰਨੇ ਸਾਲ ਹੋ ਗਏ ਤੇ ਹਲੇ ਵੀ ਮਤਲਬ ਜਿਹੜੇ ਫੇਸ ਇੰਪ੍ਰੈਸ਼ਨ ਆ ਬੜੇ ਲਾਈਟ ਔਰ ਖੁਸ਼ਬੂਦਾਰ ਜਿਹੜੀ ਹੈਗੀ ਆ ਮਾਈਂਡ ਸੈਟਅਪ ਹੈਗਾ। ਵੀਰ ਜੀ ਨਹੀਂ ਪਤਾ ਕਿ ਵੀਰ ਜੀ ਦੇਖੋ ਕਿੰਨੇ ਸਾਲ ਹੋ ਗਏ? ਮੈਨੂੰ ਬਹੁਤ ਸਾਲ ਹੋ ਗਏ, ਮੈਂ ਤਕਰੀਬਨ ਮੇਰਾ 330ਵਾਂ ਨੰਬਰ ਹੈ ਜੀ।
ਮੈਂਬਰਸ਼ਿਪ ਬਣੇ ਦਾ ਜੀ। ਉਦੋਂ ਅਸੀਂ ਬਹੁਤ ਥੋੜ੍ਹੇ ਹੁੰਦੇ ਸੀ ਬੰਦੇ ਜੀ। ਉਦੋਂ ਵੀ ਗੱਲਾਂ ਇੰਨੇ ਲਾਲ ਸੀ ਕਿ ਹੁਣ ਹੀ ਮਤਲਬ ਥੋੜਾ ਜਿਹਾ ਜਿਵੇਂ ਲਾਲੀ ਜ਼ਿਆਦਾ ਵਧੀਆ? ਨਹੀਂ, ਗੱਲਾਂ ਲਾਲ ਦਿੰਦਾ ਵੀਰ ਜੀ, ਮਾਲਕ ਦੀ ਕਿਰਪਾ ਲਾ ਲਓ ਵੀ ਥੋੜਾ ਆਪ ਧਿਆਨ ਰੱਖਣਾ ਪੈਂਦਾ ਸਰੀਰ ਦਾ। ਚਲੋ ਉਮਰ ਦੇ ਹਿਸਾਬ ਨਾਲ ਹਰ ਇੱਕ ਚੱਲੀ ਜਾਂਦਾ ਕੰਮ। ਬਸ ਇਹ ਗੱਲ ਵੀਰ ਜੀ ਇਹ ਆ ਵੀ ਦੇਖੋ ਗਾਵਾਂ ਦਾ ਕੰਮ ਮਾੜਾ ਨਹੀਂ, ਫਾਰਮਰ ਨਾਲ ਜੁੜਦੇ ਆ ਤਾਂ ਹੀ ਸਾਡੇ ਅੱਜ ਇਹ ਸਟੇਟ ਸਾਡਾ ਬਣਿਆ ਹੋਇਆ। ਕਿਉਂ ਇਹਦੇ ਵਿੱਚ ਇਸ ਤਰ੍ਹਾਂ ਜੀ ਤੁਸੀਂ ਗਾਂ ਪੁੰਨਣ ਵਾਲੇ ਫਲੀਆਂ ਉਹ ਗੱਲ ਹੋਈ ਵੀ ਦੇਖੋ ਗਾਵਾਂ ਦਾ ਫਾਰਮ ਜੋ ਬਣਾਉਂਦੇ ਹੋ ਤੁਸੀਂ, ਫਾਰਮ ਦੇ ਨਾਲ ਤੁਸੀਂ ਪੂਰੇ ਪਰਿਵਾਰਾਂ ਨਾਲ ਜੁੜਦੇ ਚਲੇ ਜਾਂਦੇ ਹੋ। ਸਾਡੀ ਐਡੀ ਬੜੀ ਮੰਨ ਲਓ ਜੀ ਯੂਨੀਅਨ ਦੇ ਜਿਸ ਤਰ੍ਹਾਂ ਸਾਡੇ ਬੰਦੇ ਨਹੀਂ ਵਿੱਚ ਇੰਨਾ ਜ਼ਿਆਦਾ ਸਾਡਾ ਆਪਸ ਵਿੱਚ ਹੀ ਪਿਆਰ ਪਿਆ ਬਈ ਸ਼ਾਇਦ ਸਾਡੇ ਰਿਸ਼ਤੇਦਾਰਾਂ ਨਾਲ ਵੀ ਨਹੀਂ ਅਸੀਂ ਵਰਤੇ ਜਿੰਨਾ ਅਸੀਂ ਆਪਣੇ ਇਹ ਮੈਂਬਰਾਂ ਦਾ ਮੰਨ ਲਓ ਜਿਸ ਪ੍ਰਧਾਨ ਹੋ ਗਏ ਉਹਨਾਂ ਨਾਲ, ਸਾਡੇ ਪ੍ਰਧਾਨ ਸਾਹਿਬ ਹੋ ਗਏ ਉਹਨਾਂ ਨਾਲ ਸਾਡਾ ਪਿਆਰ ਪਿਆ ਵੀ ਅਸੀਂ ਪੂਰਾ ਜਾਣੀ ਮੰਨ ਲਓ ਜੀ ਫੈਮਿਲੀ ਪੀਡੀਐਫ ਫੈਮਿਲੀ ਹੋਈ ਵੀ ਹੈ ਜੀ ਸਾਡੀ ਫੈਮਿਲੀ। ਕੋਈ ਵਿਆਹ ਸ਼ਾਦੀਆਂ ਵਿੱਚ ਉਹ ਵੀ ਸਾਰਾ ਅਸੀਂ ਇੰਜੋਏ ਕਰਦੇ ਹਾਂ ਜੀ। ਬਹੁਤ ਬਹੁਤ ਥੈਂਕ ਯੂ ਵੀਰ ਜੀ। ਔਰ ਅਸੀਂ ਚਾਹਾਂਗੇ ਕਿ ਜਿੱਦਾਂ ਐਨਰਜੀਆਂ ਦੇ ਨਾਲ ਤੁਸੀਂ ਸਾਰੇ ਭਰਾ ਖੜੇ ਹੋ, ਔਰ ਸਭ ਤੋਂ ਵੱਡੀ ਗੱਲ ਹੈ ਕਿ ਹਰੇਕ ਮੈਂਬਰ ਜਿਹੜਾ ਹੈਗਾ ਉਹਦੇ 'ਚ ਇੱਕ ਅਲੱਗ ਉਤਸ਼ਾਹ ਹੈਗਾ। ਇੱਥੇ ਕੋਈ ਕਿਸੇ ਨੂੰ ਓਵਰਲੈਪ ਨਹੀਂ ਕਰਦਾ ਹੈਗਾ। ਹਰ ਬੰਦੇ ਦੀਆਂ ਡਿਊਟੀਆਂ ਜਿਹੜੀਆਂ ਹੈਗੀਆਂ ਉੱਦਾਂ ਲੱਗੀਆਂ ਹੋਈਆਂ ਨੇ, ਔਰ ਪ੍ਰੇਮ ਦੀ ਭਾਸ਼ਾ ਜਿਹੜੀ ਹੈਗੀ ਇੱਥੇ ਹੈਗੀ ਆ। ਤੁਹਾਡਾ ਸਮਾਂ ਦੇਣ ਲਈ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਬਹੁਤ ਬਹੁਤ ਤੁਹਾਨੂੰ ਮਿਲੇ, ਚੰਗਾ ਲੱਗਿਆ ਬਹੁਤ ਜ਼ਿਆਦਾ। ਆਪਣਾ ਚੈਨਲ ਤੇ ਤੁਹਾਡਾ ਸਵਾਗਤ ਹੈ। ਜਿੱਦਾਂ ਅਸੀਂ ਅੱਜ ਪੀਡੀਐਫਏ ਮੇਲੇ ਤੇ ਹਾਂ ਔਰ ਗੱਲ ਕਰ ਰਹੇ ਹਾਂ ਮੂਵ ਫਾਰਮ, ਇੱਕ ਐਸਾ ਨਾਮ ਜਿਨ੍ਹਾਂ ਨੇ MOU ਵੀ ਕੀਤੀ ਹੈਗੀ ਆ ਹੁਣ ਪੀਡੀਐਫਏ ਦੇ ਨਾਲ, ਔਰ ਜਿਸ ਤਰੀਕੇ ਨਾਲ ਦੋਨਾਂ ਨੇ ਮਿਲ ਕੇ ਇਹ ਮੇਲਾ ਜਿਹੜਾ ਹੈਗਾ ਉਹਨੂੰ ਅੰਜਾਮ ਦਿੱਤਾ ਹੈਗਾ। ਗੱਲ ਕਰ ਰਹੇ ਹਾਂ ਉਸ ਵਿੱਦਿਆ ਦੇ ਦਾਨੀ ਸਰ ਦੇ ਨਾਲ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਐਗਰੀਕਲਚਰ ਦੇ ਨਾਲ ਲੋਕਾਂ ਨੂੰ ਜੋੜਿਆ, ਔਰ ਵੀਰ ਜੀ ਜਿਨ੍ਹਾਂ ਨੇ ਇਸ ਮੂਵ ਫਾਰਮ ਨੂੰ ਬਹੁਤ ਅੱਗੇ ਲੈ ਕੇ ਗਏ ਆ। ਸਾਰਿਆਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਵੀਰ ਜੀ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਵੀਰ ਜੀ ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦੇ ਨਾਲ ਅੱਜ ਦਾ ਜਿਹੜਾ ਸਿਨੈਰੀਓ ਆ ਜਿਹਦੇ ਵਿੱਚ ਇੱਕ ਪਾਸੇ ਐਸੇ ਕਿਸਾਨ ਨੇ ਜਿਹੜੇ ਸਰੈਡ ਨੇ, ਇੱਕ ਪਾਸੇ ਐਸੇ ਕਿਸਾਨ ਆ ਜਿਹੜੇ ਵਿਚਾਰੇ ਦਾਸ ਨੇ, ਆਤਮਘਾਤ ਕਰੀ ਜਾਂਦੇ ਨੇ, ਕੀ ਕਹਿਣਾ ਚਾਹੋਗੇ ਕਿ ਜਿਹੜੇ ਬੰਦੇ ਨੂੰ ਕੋਈ ਨੈਟਵਰਕ ਮਿਲ ਗਿਆ, ਜਿਹੜੇ ਬੰਦੇ ਨੂੰ ਕੋਈ ਸਹੀ ਤਰੀਕਾ ਮਿਲ ਗਿਆ, ਜਿੱਦਾਂ ਪੀਡੀਐਫਏ ਨੇ ਕੋਸ਼ਿਸ਼ ਕੀਤੀ ਆਪਣੇ ਨਾਲ ਕਿਸਾਨਾਂ ਨੂੰ ਜੋੜਨ ਦੀ, ਔਰ ਜਿਹੜਾ ਕਿਸਾਨ ਇੱਕ ਵਾਰੀ ਜੁੜ ਗਿਆ ਅੱਜ ਉਹ ਨਜ਼ਾਰੇ ਲੈ ਰਿਹਾ ਹੈਗਾ, ਔਰ ਮੂਵ ਫਾਰਮ ਜਿਹੜੀ ਅੱਜ ਉਹਦੇ ਨਾਲ ਅਟੈਚ ਹੋ ਗਈ, ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਇੰਦਰਜੀਤ ਸਿੰਘ ਹੈ। ਮੈਂ ਸਾਬਕਾ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦਾ ਵਾ। ਅੱਜ ਕੱਲ੍ਹ ਮੈਂ ਮੂਵ ਫਾਰਮ ਦੇ ਨਾਲ ਐਜ ਐਡਵਾਈਜ਼ਰ ਕੰਮ ਕਰਦੇ ਹਾਂ। ਅਤੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਪੰਜਾਬ ਪ੍ਰਾਂਤ ਦੀ ਪੂਰੀ ਟੀਮ ਦਾ, ਸਾਡੇ ਇੱਥੇ ਸਟਾਲ 'ਤੇ ਆਏ ਹੋ। ਮੈਂ ਸਾਰੇ ਉਹਨਾਂ ਲੱਖਾਂ ਕਿਸਾਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਜਿਹੜੇ ਕਿ ਸਾਡੇ ਪੀਡੀਐਫਏ ਡੇਅਰੀ ਸ਼ੋਅ ਵਿੱਚ ਹਰ ਸਾਲ ਆਉਂਦੇ ਆ। ਇਸ ਸਾਲ ਰਸ਼ ਬਹੁਤ ਵਧੀਆ ਹੈ। ਤੋ ਜਿਸ ਤਰ੍ਹਾਂ ਤੁਸੀਂ ਕੁਐਸਚਨ ਕੀਤਾ ਉਸ ਤੋਂ ਪਹਿਲਾਂ 2 ਮਿੰਟ ਮੈਂ ਦੱਸਣਾ ਚਾਹੁੰਦਾ ਕਿ ਮੂਵ ਫਾਰਮ ਇੱਕ ਪ੍ਰਾਈਵੇਟ ਕੰਪਨੀ ਹੈ ਜਿਹਦੇ ਜਿਹੜੇ ਪ੍ਰਮੋਟਰ ਨੇ ਪਰਮ ਨੇ ਉਹ ਵੀ ਸਾਡੇ ਗੁਰਦਾਸਪੁਰ ਜ਼ਿਲ੍ਹੇ ਨੂੰ ਬਿਲੋਂਗ ਕਰਦੇ ਆ। ਉਹਨਾਂ ਦੇ ਦਿਲ ਵਿੱਚ ਇੱਕ ਦਰਦ ਸੀ ਕਿ ਮੈਂ ਇਹ ਪੰਜਾਬ ਦੇ ਲੋਕਾਂ ਦੇ ਕੋਈ ਕੰਮ ਕਰਾਂ। ਉਹ ਆਸਟ੍ਰੇਲੀਆ ਦੇ ਵਿੱਚ ਬੇਸਡ ਨੇ, ਪਰ ਆਸਟ੍ਰੇਲੀਆ ਛੱਡ ਕੇ ਮੁੜ ਇੰਡੀਆ ਪੰਜਾਬ ਵਿੱਚ ਆ ਚੁੱਕੇ ਨੇ। ਉਹਨਾਂ ਦਾ ਹੈੱਡਕੁਆਟਰ ਜਿਹੜਾ ਵਾ ਸਾਡਾ ਹਾਲ ਦੀ ਘੜੀ ਗੁੜਗਾਉਂ ਬਣਵਾਇਆ ਹੈ। ਅਸੀਂ ਪੈਨ ਇੰਡੀਆ ਕੰਮ ਕਰਦੇ ਹਾਂ ਰਾਜਸਥਾਨ, ਪੰਜਾਬ, ਹਰਿਆਣਾ, ਮਹਾਰਾਸ਼ਟਰ, ਆਂਧਰਾ ਅਤੇ ਗੁਜਰਾਤ ਦੇ ਵਿੱਚ। ਤੋ ਮੂਵ ਦਾ ਮਤਲਬ ਹੈ ਕਿ ਜਿਵੇਂ ਗਾਂ ਦੀ ਆਵਾਜ਼ ਆ ਮੂਵ ਉਸ ਤੋਂ ਲਿਆ ਗਿਆ। ਕਈ ਵਾਰੀ ਸਮਝਦੇ ਕਿ ਇਹਦਾ ਕੋਈ ਐਬਰੀਵੇਸ਼ਨ ਬਣਦੀ ਹੈ, ਇਹਦੀ ਕੋਈ ਐਬਰੀਵੇਸ਼ਨ ਨਹੀਂ ਬਣਦੀ। ਇਹ ਜਸਟ ਕਾਓ ਜਾਂ ਬਫਲੋ ਜਾਂ ਐਨੀਮਲ ਜਦੋਂ ਬੋਲਦਾ ਦੁੱਧ ਵਾਲਾ ਉਹਦੀ ਆਵਾਜ਼ ਹੈਗੀ ਹੈ। ਇਹ ਇੱਕ ਇਨਫੋਰਮੇਸ਼ਨ ਟੈਕਨੋਲੋਜੀ ਦੀ ਕੰਪਨੀ ਹੈ। ਸਾਡਾ ਪੂਰਾ ਦਾ ਪੂਰਾ ਸਿਸਟਮ IT ਬੇਸਡ ਹੈਗਾ। ਅਸੀਂ ਸਾਡਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਮੈਂ ਦੱਸਣਾ ਚਾਹੁੰਦਾ ਉਹ ਹੈਗਾ ਕਿ ਜਿਵੇਂ ਤੁਸੀਂ ਸਰ ਕਿਹਾ ਹੈ ਕਿ ਇਨਫੋਰਮੇਸ਼ਨ ਦਾ ਜੋਗਾ ਤੇ ਇਨਫੋਰਮੇਸ਼ਨ ਪਹੁੰਚਦੀ ਨਹੀਂ। ਇਹ ਜਦ ਸਰ ਸ਼ੁਰੂ ਕੀਤੀ ਸੀ ਤਦ ਵੀ ਇਹਨਾਂ ਨੇ ਮੇਰੇ ਤੋਂ ਐਡਵਾਈਜ਼ ਲਈ ਸੀ ਅਤੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਆਪਣੇ ਕੋਲ ਉਨੀ ਟ੍ਰੇਨਡ ਮੈਨ ਪਾਵਰ ਨਹੀਂ ਹੋਣੀ। ਆਪਾਂ ਅੱਜ ਕੱਲ੍ਹ ਹਰੇਕ ਬੰਦੇ ਦੀ ਮੁੱਠੀ ਦੇ ਵਿੱਚ ਉਹਦਾ ਮੋਬਾਈਲ ਹੈਗਾ। ਉਸ ਮੋਬਾਈਲ ਦੇ ਉੱਪਰ ਆਪਾਂ ਜਿਹੜੀ ਆਪਣੀ ਐਪ ਤਿਆਰ ਕਰੀਏ ਜਿਹਦੇ ਵਿੱਚ ਉਹ ਫਾਰਮਰ ਆਪਣੀ ਐਪ 'ਤੇ ਜਾ ਕੇ ਸਾਡੇ ਨਾਲ ਸਿੱਧਾ ਸੰਪਰਕ ਕਰੇ। ਅਸੀਂ ਸਰ ਕਾਲ ਸੈਂਟਰ ਬਣਾਇਆ ਚੰਡੀਗੜ੍ਹ ਦੇ ਵਿੱਚ, ਜਿੱਥੇ ਸਾਡਾ ਟੋਲ ਫ੍ਰੀ ਨੰਬਰ ਵੀ ਹੈਗਾ। ਐਪ ਦੇ ਜਵਾਬ ਅਤੇ ਟੋਲ ਫ੍ਰੀ ਨੰਬਰ ਦੇ ਜਵਾਬ ਉੱਥੇ ਸਾਡੇ 13 ਡਾਕਟਰ ਬੈਠੇ ਆ ਉਹ ਦੇ ਰਹੇ ਨੇ। ਤੋ ਇੱਥੇ ਜਿਹੜਾ ਸਾਡਾ ਚਾਰ ਤਰ੍ਹਾਂ ਦੇ ਸਾਡੇ ਕੰਮ ਹੈ ਵਰਟੀਕਲ ਹੈਗੇ ਨੇ। ਅਤੇ ਉਹਦੇ ਵਿੱਚ ਵਰਟੀਕਲ ਦੇ ਜਿੱਥੇ ਆਪਾਂ ਬੈਠੇ ਆ ਇਹ ਮੂਵ ਫੀਡ ਦੀ ਗੱਲ ਚੱਲ ਰਹੀ ਹੈ। ਮੂਵ ਫੀਡ ਦਾ ਜਿਹੜਾ ਕਨਸੈਪਟ ਆ ਉਹ ਇਹੀ ਹੈ ਕਿ ਜਦੋਂ ਅਸੀਂ ਪਿੰਡਾਂ ਜਾਂਦੇ ਸੀ ਤਾਂ ਬੈਸਟ ਨਿਊਟ੍ਰੀਸ਼ਨ ਨਹੀਂ ਸੀ ਮਿਲਦਾ। ਲੋਕ ਕਹਿੰਦੇ ਸੀ ਯਾਰ ਕੀ ਕਰੀਏ, ਖੁਰਾਕ ਇੱਕ ਪਾਉਂਦੇ ਆ, ਜਦੋਂ 15 ਦਿਨ ਪਾਉਂਦੇ ਆ ਦੁਬਾਰਾ ਫਿਰ ਨਵੀਂ ਖੜੀ ਪ੍ਰੋਬਲਮ ਖੜੀ ਕਰ ਦਿੰਦੇ ਆ। ਉਹਦੇ ਵਿੱਚ ਕਈ ਹੁੰਦਾ ਕਿ ਅਸੀਂ ਜਿਹੜੇ ਮਿਨਰਲ ਨੇ ਧਾਤਾਂ ਉਹ ਨਹੀਂ ਪੈਂਦੀਆਂ, ਜੇ ਪੈਂਦੀਆਂ ਤਾਂ ਜਿਹੜੀਆਂ ਵੱਡੀਆਂ ਧਾਤਾਂ ਨੇ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਜ਼ਰੂਰ ਪਾਉਂਦੇ ਲੋਕ। ਜਿਹੜੇ ਨਿੱਕੀਆਂ ਧਾਤਾਂ ਨੇ ਆਇਓਡੀਨ, ਕਾਪਰ ਹੈ, ਕੋਬਾਲਟ ਹੈ, ਜ਼ਿੰਕ ਹੈ, ਉਹ ਨਹੀਂ ਪੈਂਦੀ, ਜਿਹਦੇ ਨਾਲ ਗਾਇਨਾਕੋਲੋਜੀਕਲ ਪ੍ਰੋਬਲਮ ਆਉਂਦੀਆਂ ਨੇ। ਇਹੀ ਪੰਜਾਬ ਦੀ ਵੱਡੀ ਸਿਰਦਰਦੀ ਬਣੀ ਹੋਈ ਸੀ। ਇਹਦੇ ਵਿੱਚ ਅਸੀਂ ਹਰ ਚੀਜ਼ ਪਾਈ ਆ ਜਿਹੜੀ ਕਿ ਇੱਕ ਐਨੀਮਲ ਨੂੰ ਰਿਕੁਆਇਰਡ ਹੈ। ਔਰ ਜਿਹੜਾ ਇਹਦਾ ਵਰਲਡ ਦਾ ਫੇਮਸ ਬੰਦਾ ਜਿਹੜਾ ਸੁਧੀਰ ਕੈਮਨ ਦੇ ਜਿਹੜੇ ਪ੍ਰਮੋਟਰ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ। ਦੂਸਰੀ ਜਿਹੜੀ ਗੱਲ ਅਸੀਂ ਸ਼ੁਰੂ ਕੀਤੀ ਆ ਉਹ ਜਿਹੜੀ ਕੱਲ੍ਹ ਤੁਸੀਂ ਗੱਲ ਕਰਕੇ ਆਏ ਹੋ ਸਰ, ਉਹ ਇਹ ਹੈ ਕਿ ਐਨੀਮਲ ਟ੍ਰੇਡਿੰਗ
ਐਨੀਮਲ ਟ੍ਰੇਡਿੰਗ ਦੇ ਵਿੱਚ ਵੀ ਬੜਾ ਉੱਲਾ ਹੈ। ਇੱਕ ਬੰਦਾ ਜਦੋਂ ਐਨੀਮਲ ਗਾਂ ਜਾਂ ਮੱਝ ਵੇਚਦਾ ਹੈ, ਜਿਹੜਾ ਨਵਾਂ ਬਾਇਰ ਆ ਬਿਲਕੁਲ ਫਰੈਸ਼ ਹੈ, ਉਹਨੂੰ ਨਹੀਂ ਪਤਾ ਕਿ ਗੁੱਡ ਕੁਆਲਿਟੀ ਐਨੀਮਲ ਦੇ ਵਿੱਚ ਕੀ ਕੀ ਚੀਜ਼ਾਂ ਚਾਹੀਦੀਆਂ। ਜੇ ਪਤਾ ਵੀ ਆ ਤਾਂ ਸੰਬੋਡੀ ਐਲਸ ਕੋਈ ਤੀਜਾ ਬੰਦਾ ਦਲਾਲ ਜਾਂ ਵਿਚੋਲਾ ਜਾਂ ਕੋਈ ਵਪਾਰੀ ਉਸ ਨੂੰ ਇਹੋ ਜਿਹਾ ਘਮਾਉਂਦਾ ਹੈ ਕਿ ਉਹਨੂੰ ਸਿਰਫ ਚੰਗੀ ਮੋਟੀ ਤਾਜ਼ੀ ਗਾਂ ਮੱਝ ਦਿਖਾ ਕੇ ਦੁੱਧ ਦੀ ਕੋਈ ਯੀਲਡ ਨਹੀਂ, ਉਹਦਾ ਪਿਤਾ ਪ੍ਰਖੀ ਰਿਕਾਰਡ ਕੀ ਆ, ਉਹਦਾ ਮਾਂ ਕੌਣ ਸੀ, ਬਾਪ ਕੌਣ ਸੀ, ਉਹਦੇ ਪੇਟ ਜਿਹੜਾ ਬੱਚਾ ਪਲਦਾ ਉਹ ਕਿਹੋ ਜਿਹਾ, ਆਉਣ ਵਾਲਾ ਬੱਚਾ ਕਿਹੋ ਜਿਹਾ ਹੋਊਗਾ, ਜਾਣੀ ਕਿ ਕੋਈ ਰਿਕਾਰਡ ਨਹੀਂ ਸੀ। ਅਸੀਂ ਜਦੋਂ ਮੈਂ ਕਿਉਂਕਿ PDF ਨਾਲ ਜੁੜਿਆ ਹੋਇਆ, ਮੈਨੂੰ ਇਹ ਪਤਾ ਲੱਗਾ ਕਿ ਸਾਡੇ ਕੋਲ ਤਾਂ ਰਿਕਾਰਡ ਹੈ, ਉਸ ਰਿਕਾਰਡ ਦੀ ਵੈਲਿਊ ਨਹੀਂ ਪੈ ਰਹੀ। ਤਾਂ ਮੈਂ ਇਹ ਕੰਪਨੀ ਨੂੰ ਇਹ ਕਰਕੇ ਕਿਹਾ ਕਿ ਇਹ ਜਿਹੜਾ ਰਿਕਾਰਡਡ ਐਨੀਮਲ ਨੇ, ਜਿਵੇਂ RC ਵਾਲੀ ਗੱਡੀ ਹੁੰਦੀ ਹੈ ਸਰ, ਇੱਕ ਬਿਨਾਂ RC ਵਾਲੀ ਇੱਕ RC ਵਾਲੀ ਗੱਡੀ ਹੈ, ਉਹ RC ਵਾਲੀਆਂ ਗੱਡੀਆਂ ਦਾ ਜਾਂ RC ਵਾਲੇ ਜਾਂ ਰਿਕਾਰਡਡ ਗਾਈਆਂ ਦਾ ਮੱਝਾਂ ਦਾ ਜਿਹੜਾ ਅੱਗੇ ਆਦਾਨ ਪ੍ਰਦਾਨ ਹੈ ਉਹ ਪੂਰੇ ਹਿੰਦੁਸਤਾਨ 'ਚ ਹੋਣਾ ਹੈ। ਕਿਉਂਕਿ ਸਾਡੇ ਕੋਲੇ ਤੁਹਾਡੀ ਐਵਰੇਜ ਜਿਹੜੀ ਪੰਜਾਬ ਦੀ ਆ ਮੱਝ ਦੀ 11 ਕਿਲੋ ਦੇ ਉੱਤੇ ਹੈ, HF ਗਾਂ ਦੀ 14 ਕਿਲੋ ਦੇ ਉੱਤੇ ਹੈ, ਜੇ ਸਾਹੀਵਾਲ ਦੇਸੀ ਗਾਂ ਦੀ ਲਾਵਾਂ ਉਹ 8 ਕਿਲੋ ਦੇ ਉੱਤੇ ਹੈ, ਜੇ ਉੱਧਰਲੇ ਭਾਂਦਰਾ ਦੀ ਲਾਵਾਂ ਤਾਂ ਉਹਦੀ 4-4 ਕਿਲੋ ਵਾਲੀਆਂ ਮੱਝਾਂ ਨੇ ਸਰ, 3-3 ਕਿਲੋ ਵਾਲੀਆਂ ਗਾਵਾਂ ਨੇ। ਕਿਉਂ ਨਹੀਂ ਅਸੀਂ ਇਹ ਜਰਮ ਪਲਾਜਮ ਉਹਨਾਂ ਨੂੰ ਦਿੰਦੇ? ਇਸ ਦੇ ਵਿੱਚ 1% ਤੋਂ ਵੀ ਘੱਟ ਯੂਰੀਆ ਆ। ਉਹਦੇ ਨਾਲ ਕੀ ਹੈ ਕਿ ਜਿਹੜਾ ਪਸ਼ੂ ਹੈ ਉਹਦੀ ਬੱਚਾਦਾਨੀ ਸਟਰੋਂਗ ਰਹਿੰਦੀ ਹੈ ਤੇ ਉਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਗੱਭਣ ਰਹਿਣ 'ਚ ਕੋਈ ਪ੍ਰੋਬਲਮ ਨਹੀਂ ਰਹਿੰਦੀ। ਤੇ ਆਸਟ੍ਰੇਲੀਆ ਦੇ ਡਾਕਟਰਾਂ ਨਾਲ ਮਿਲ ਕੇ ਬਣਾਈ ਗਈ ਹੈ ਜੀ ਫੀਡ। ਇਹ ਰਿਜ਼ਲਟ ਇਸ ਦਾ ਬਹੁਤ ਚੰਗਾ ਆ ਤੇ ਸਾਰਾ ਕੁਝ ਅਸੀਂ ਜਿਹੜੀ ਕੰਪਨੀ ਹੈ ਲੈਬ ਟੈਸਟਡ ਹੈ, ਮੈਂਸ਼ਨ ਕੀਤਾ ਹੋਇਆ ਬਕਾਇਦਾ, ਕੱਟੇ ਦੇ ਉੱਤੇ ਮੈਂਸ਼ਨ ਹੈ ਇਸ ਦੇ ਵਿੱਚ ਕਿੰਨਾ ਪ੍ਰੋਟੀਨ ਹੈ, ਕਿੰਨਾ ਫਾਈਬਰ ਹੈ, ਕਿੰਨਾ ਮੋਇਸਚਰ ਹੈ। ਤੇ ਦੂਜੀ ਗੱਲ ਇਹ ਹੈ ਕਿ ਇਸ ਕੰਪਨੀ ਦੇ ਵਿੱਚ ਜਿਹੜੀ ਅਸੀਂ ਫੀਡ ਤਿਆਰ ਕੀਤੀ ਹੈ, ਕੈਮਿਨ ਦੀਆਂ ਮੈਡੀਸਨ ਇਸ ਦੇ ਵਿੱਚ ਪਾਈਆਂ ਗਈਆਂ ਹੈ, ਹਿਮਾਲਿਆ ਦਾ ਲੀਵਰ 52 ਪ੍ਰੋਡਕਟ ਯੂਜ਼ ਕੀਤਾ ਗਿਆ ਜਿਸ ਦੇ ਨਾਲ ਪਸ਼ੂ ਤੰਦਰੁਸਤ ਰਹਿੰਦਾ ਹੈ। ਕਿਉਂਕਿ ਮੇਨ ਕੀ ਹੈ ਕਿ ਜਿਹੜਾ ਇਹ ਧੰਦਾ ਆ ਹੌਲੀ ਹੌਲੀ ਘਟਦਾ ਜਾ ਰਿਹਾ, ਉਹਦਾ ਕਾਰਨ ਇਹ ਹੈ ਕਿ ਪਸ਼ੂ ਤੰਦਰੁਸਤ ਨਹੀਂ ਰਹਿੰਦਾ, ਹਰਾਸਮੈਂਟ ਜ਼ਿਆਦਾ ਹੈ ਤੇ ਮੁਨਾਫਾ ਘੱਟ ਹੈ। ਤੇ ਅਸੀਂ ਇਹ ਮਾਰਕੀਟ ਦੇ ਅਕੋਰਡਿੰਗਲੀ ਇੱਕ ਸਿਹਤਮੰਦ ਪਸ਼ੂ ਦੇ ਲਈ ਸਿਹਤਮੰਦ ਆਹਾਰ ਲੈ ਕੇ ਆਏ ਹਾਂ। ਲੋਕਾਂ ਦੇ ਕਾਫੀ ਇਸ ਦੇ ਲਈ ਉਤਸ਼ਾਹ ਹੈ ਤੇ ਬਹੁਤ ਚੰਗਾ ਰਿਜ਼ਲਟ ਹੈ। ਤੇ ਮੈਂ ਸਾਰੇ ਸਰੋਤਿਆਂ ਨੂੰ ਅਪੀਲ ਕਰਦਾ ਹਾਂ, ਪੰਜਾਬ ਪਲੱਸ ਜਿਹੜੇ ਦਰਸ਼ਕ ਦੇਖ ਰਹੇ ਨੇ, ਕਿ ਤੁਸੀਂ ਇੱਕ ਵਾਰ ਆਪਣੇ ਜਿੰਨੇ ਵੀ ਆਪਣੇ ਭਾਈ ਵੀਰ ਇਸ ਧੰਦੇ ਨਾਲ ਜੁੜੇ ਹੋਏ ਨੇ, ਤੁਸੀਂ ਮੂਵ ਫੀਡ ਦਾ ਇੱਕ ਵਾਰ ਟਰਾਇਲ ਜ਼ਰੂਰ ਦੇਖੋ। ਚੰਗਾ ਰਿਜ਼ਲਟ ਹੈ, ਅੱਛਾ ਇਸ ਦੇ ਵਿੱਚ ਮਾਰਜਨ ਹੈ। इस समय दिया आए यहाँ पर PDFA के मेले में, एप्रीशिएशन दी और इनको आश्वासन दिए सदरपुरा जी को, जैसे इन्होंने आपको मांग पत्र दिया, दिखाया सारा, आपको भी जैसे आपने देखा, जज किया सारा, क्या कहना चाहेंगे, कैसा लगा आपको? मुझे बहुत अच्छा लगा कि एक प्राइवेट ऑर्गेनाइजेशन है, फार्मर्स की ऑर्गेनाइजेशन है, प्रोग्रेसिव डेयरी फार्मर्स एसोसिएशन, इतने अच्छे तरीके से इतने लार्ज स्केल पे इस तरह का इंटरनेशनल लेवल का एक्सपो पिछले 15 सालों से कर रही है। ये 16वां एक्सपो था। इसमें बाहर के जजेस आए हैं और उन्होंने जो यहाँ पे जो गाय हैं उनकी उनकी जजमेंट उन्होंने करी है, बहुत क्रेडिबल तरीके से करी है। और उसमें जो रिज़ल्ट्स आए हैं, जो प्रतियोगिता के जो विनर्स हैं, उनका जो लेवल है वो बहुत ही ऊंचा है। जो विनर है फॉर एग्जांपल, उसको वो 72 किलो से ऊपर का डेली उसका यील्ड है। उनके साथ मुझे ये भी अवसर मिला कि उनके जो इश्यूज़ हैं उन पे थोड़ी चर्चा करने की मुझे मौका मिला। उनके इश्यूज़ ब्रॉडली इस तरह के हैं कि जैसे वो इम्पोर्टेड सेमन ला के यहाँ पे अपने जेनेटिक अपग्रेडेशन करते हैं अपने डेयरी हर्ड्स का, तो उसमें जो फॉर्मेलिटीज़ हैं उसको कैसे छोटा किया जाए ताकि ये 6-6 महीने तक ये उनके प्रपोजल्स पेंडिंग रह जाते हैं, उसको कैसे हम स्पीड अप कर सकते हैं। मिल्क और मिल्क प्रोडक्ट्स के एडल्टरेशन का उन्होंने इशू रेज़ करा, जिस पे मैंने उन्हें आश्वासन दिया है कि हम FSSAI के साथ मिलकर इसको और लार्ज स्केल पे सैम्पलिंग करके इस मेनेस को दूर करने की हम कोशिश करेंगे। इसके अलावा कुछ इम्प्योर ड्यूटी के इश्यूज़ हैं, इस तरह के इश्यूज़ हैं जिसका उन्होंने जिक्र करा, उसको भी हम टेकअप करेंगे।
भारत सरकार की तरफ से मैं ये कहना चाहूँगा कि भारत सरकार दो चीज़ों पे अभी फोकस कर रही है, जिसमें वो 100% गवर्नमेंट फंडिंग दे रही है, गवर्नमेंट ऑफ इंडिया की फंडिंग। एक तो है कि भारत को FMD फ्री करने के लिए एक 100% वैक्सीनेशन का प्रोग्राम हम कर रहे हैं सारे देश में। सदर्न स्टेट्स में तो उसके 2 राउंड कंप्लीट हो गए हैं, 3rd राउंड चल रहा है। नॉर्दर्न स्टेट्स में 2nd राउंड अभी चल रहा है और करीब 90% के ऊपर हो गया है। दूसरा, हम बड़ा कार्यक्रम ये कह रहे हैं कि किसानों के डोर स्टेप पे मोबाइल वेटनरी यूनिट्स पहुँचे ताकि उनको हेल्थ सर्विसेज उनके डोर स्टेप पे मिले। तो वो उस काम में भी काफ़ी स्टेट्स ने तो रोल आउट कर दिया है यूनिट। मेरे ख्याल से पंजाब में भी अभी होने वाला है, प्रोक्योरमेंट की प्रक्रिया अभी यहाँ पे शुरू होने वाली है। तो इन 2 फ्लैगशिप स्कीम से हम कोशिश कर रहे हैं कि हमारे जो डेयरी सेक्टर है उसको और बढ़ावा मिल सके। सर, जैसे आपने PDFA का आज देखा तो हम ये सोचे कि पंजाब का जो ये कंसेप्ट है आपको कितना बढ़िया लगा, और आप इसको जो इनकी चीज़ें हैं PDFA की वो आप और स्टेट्स में भी लागू करने के आपका माइंड में है? आप देखेंगे, अगर इंस्टीट्यूशनली हम देखेंगे तो आज़ादी के बाद हमारा जो फोकस रहा है ऑपरेशन फ्लड के थ्रू वो कोऑपरेटिव सेक्टर पे रहा है, और कोऑपरेटिव सेक्टर में हमें बहुत सफलताएं भी मिली हैं। हमारा देश दुनिया का सबसे बड़ा मिल्क प्रोड्यूसर बन गया है और कोऑपरेटिव सेक्टर भी हमारा सबसे बड़ा है। सबसे बड़ा FCMG कंपनी भी हमारी अमूल है आज के दिन में। लेकिन कोऑपरेटिव सेक्टर को तो बढ़ावा देना है, साथ में जो प्राइवेट सेक्टर है, जो प्रोग्रेसिव फार्मर्स है, उनको भी बढ़ावा देने की ज़रूरत है। और उसके लिए भारत सरकार ने 2-3 स्कीम्स भी निकाली हैं, जिसमें हम कैपिटल सब्सिडी और इंटरेस्ट सबवेंशन देते हैं डेयरी फार्मर्स को भी, और बाकी एनिमल हस्बेंड्री के जो गोटरी में, पिगरी में भी हम देते हैं इन 2 स्कीम्स में, ताकि जो प्राइवेट एंटरप्रेन्योर्स हैं, जो फार्मर जो केवल किसान नहीं, वो आगे भी कुछ करना चाहता है, लार्ज स्केल पे करना चाहता है, उसको भी मदद दे सके। और वो दोनों प्रोग्राम्स काफ़ी सक्सेसफुल हैं, उसमें काफ़ी एप्लीकेशंस आई हैं, बहुत सारा बैंक लोन्स भी मिला है, और उसी को हम और आगे बढ़ाने की कोशिश करेंगे। थैंक यू सर। ਭਾਰਤ ਸਰਕਾਰ ਵੱਲੋਂ ਜਿਹੜੇ ਅੱਜ ਇਸ ਮੇਲੇ ਦੇ ਵਿੱਚ ਐਜ ਏ ਚੀਫ ਗੈਸਟ ਆਏ, ਉਹਨਾਂ ਨੇ ਬੜੀ ਐਪਰੀਸ਼ੀਏਸ਼ਨ ਕੀਤੀ। ਉਹ ਕਹਿੰਦੇ ਮੈਂ ਪੰਜਾਬ ਦੇ ਇਸ ਮੇਲੇ ਤੋਂ ਇੰਨਾ ਕੁ ਪ੍ਰਭਾਵਿਤ ਹਾਂ ਕਿ ਮੈਂ ਬਾਕੀ ਸਟੇਟਾਂ ਦੇ ਵਿੱਚ ਵੀ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਲਾਗੂ ਕਰਾਉਣ ਦੀ ਔਰ ਇਹ ਚੀਜ਼ਾਂ ਨਾਲ ਲੋਕਾਂ ਨੂੰ ਹੋਰ ਅਟੈਚ ਕਰਨ ਦੀ ਕੋਸ਼ਿਸ਼ ਕਰੂੰਗਾ। ਔਰ ਉਹਨਾਂ ਨੇ ਸਵਾਸ਼ਨ ਦਵਾਇਆ ਵੀ ਇਹਦੇ ਜਿਹੜੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈਗਾ, ਜਿਹਦੇ 'ਚ ਤੁਸੀਂ ਮੰਗਾਂ ਆਪਦੀਆਂ ਰੱਖੀਆਂ ਜਾਇਜ਼, ਕਿਉਂਕਿ ਉਹ ਬਹੁਤ ਇੰਟਰਵੀਨ ਕਰ ਰਿਹਾ ਸੀਗਾ। ਆਪਾਂ ਅੱਗੇ ਵੀ ਦੇਖਦੇ ਹੁੰਦੇ ਹਾਂ, ਲੇਕਿਨ ਜਿਹੜੇ ਵੀ ਆਪਣੇ ਕੋਲ ਚੀਫ ਗੈਸਟ ਆਉਂਦੇ ਹੁੰਦੇ ਆ, ਪਰ ਜਿਸ ਤਰੀਕੇ ਨਾਲ ਉਹਨੇ ਇੰਟਰਵੀਨ ਕੀਤਾ, ਹਰ ਗੱਲ ਨੂੰ ਉਹਨੇ ਪੂਰਾ ਆਪਣੇ ਮਾਈਂਡ ਦੇ ਉੱਤੇ ਲਿੱਤਾ ਹੈਗਾ। ਔਰ ਲੱਗ ਰਿਹਾ ਕਿ ਇਹ ਜਿਹੜੀਆਂ ਮੰਗਾਂ ਤੁਹਾਡੀਆਂ ਬੜੀਆਂ ਜੈਨੂਇਨ ਜਿਹੀਆਂ ਮੰਗਾਂ, ਉਹਨਾਂ ਨੂੰ ਮੰਨਿਆ ਵੀ ਜਾਊਗਾ। ਕੀ ਕਹਿਣਾ ਚਾਹੋਗੇ? ਬੜਾ ਸਕਸੈਸਫੁਲੀ ਮੇਲਾ ਹੋਇਆ, ਜਿਹਦੇ ਵਿੱਚ 3 ਦਿਨ ਜਿਹੜੇ ਹੈਗੇ ਕਿਸਾਨ ਪੂਰਾ ਇੰਜੋਏ ਕੀਤਾ ਹਰ ਇੱਕ ਬੰਦੇ ਨੇ, ਔਰ ਜਿੱਦਾਂ 72 ਕਿਲੋ ਇੱਕ ਦਿਨ ਦਾ ਜਿਹੜਾ ਦੁੱਧ ਦੇਣ ਦਾ ਇੱਕ ਬਹੁਤ ਵੱਡਾ ਵਿਸ਼ਵ ਰਿਕਾਰਡ ਜਿਹੜਾ ਬਣਿਆ। ਨਹੀਂ, ਮੇਲਾ ਤਾਂ ਮੈਨੂੰ ਲੱਗਦਾ ਹੁਣ ਸਾਰਿਆਂ ਨੂੰ ਆਪ ਹੀ ਤੁਸੀਂ ਦੇਖਿਆ ਹੀ ਆ ਵੀ ਹਰ ਸਾਲ ਵੱਡਾ ਹੁੰਦਾ, ਇਸ ਸਾਲ ਵੀ ਡਬਲ ਹੀ ਹੋਇਆ ਵਾ। ਇਸ ਸਾਲ ਵੀ ਤੁਸੀਂ ਦੇਖ ਸਕਦੇ ਆ ਕਰਾਊਡ ਆ ਲੱਖਾਂ ਵਾਲੀ ਹਿਸਾਬ ਗੱਲ ਹੋ ਗਈ ਆ ਵੀ 2 ਲੱਖ ਤੋਂ ਵੱਧ ਫਾਰਮਰ ਇੱਥੇ ਪਹੁੰਚਦਾ ਵਾ। ਐਡਾ ਵੱਡਾ ਸ਼ੋਅ ਦੁਨੀਆ 'ਚ ਕਿਤੇ ਨਹੀਂ ਲੱਗਦਾ ਜਿੱਥੇ ਡੇਅਰੀ ਦੇ ਵਿੱਚ ਇੰਨਾ ਵੱਡਾ ਕਰਾਊਡ ਆਉਂਦਾ ਹੋਵੇ, ਇੰਨੀਆਂ ਜ਼ਿਆਦਾ ਕੰਪਨੀਆਂ ਆਉਂਦੀਆਂ ਹੋਣ, ਇੰਨੇ ਜ਼ਿਆਦਾ ਜਾਨਵਰ ਆਉਂਦੇ ਹੋਣ। ਇਸ ਤਰੀਕੇ ਦਾ ਵਿਲੱਖਣ ਸ਼ੋਅ ਕੋਈ ਨਹੀਂ ਹੈ। ਅੱਜ ਜਿੰਨੇ ਵੀ ਬਾਹਰਲੇ ਸਾਡੇ ਦੂਜਿਆਂ ਦੇਸ਼ਾਂ ਤੋਂ ਵੀ ਲੋਕ ਆਏ ਸੀ, ਗੋਰੇ ਆਏ ਸੀ, ਉਹਨਾਂ ਨੇ ਇਸ ਗੱਲ ਨੂੰ ਵੀ ਉਹਨਾਂ ਨੇ ਵੀ ਦੱਸਿਆ। ਸੈਕਟਰੀ ਸਾਹਿਬ ਆਏ ਸਾਡੇ ਐਨੀਮਲ ਹਸਬੈਂਡਰੀ ਦੇ, ਤਾਂ ਉਹਨਾਂ ਨੇ ਸੈਕਟਰੀ ਸਾਹਿਬ ਨੇ ਇਹੀ ਕਿਹਾ ਕਿ ਮੈਂ ਜਿੰਨਾ ਸੋਚਦਾ 2000 ਗੁਣਾ ਸਾਨੂੰ ਇਹ ਵਧੀਆ ਲੱਗਿਆ ਇੱਥੇ ਆ ਕੇ। ਉਹਨਾਂ ਨੂੰ ਇਹ ਗੱਲਾਂ ਪਤਾ ਲੱਗੀਆਂ ਜਿਹੜੀ ਗਰਾਊਂਡ ਲੈਵਲ 'ਤੇ ਫਾਰਮਰਾਂ ਨੂੰ ਜ਼ਰੂਰਤ ਆ। ਜਿਵੇਂ ਅਸੀਂ ਮੁੱਖ ਮੰਗਾਂ ਉਠਾਈਆਂ, ਕੋਈ ਸੀਮਨ ਇੰਪੋਰਟ ਕਰਨ 'ਚ ਦਿੱਕਤਾਂ ਸੀਗੀਆਂ, ਕੁਛ ਸਾਨੂੰ ਇਹ ਅਡਲਟਰੇਸ਼ਨ 'ਤੇ ਉਹਨਾਂ ਨਾਲ ਗੱਲ ਕੀਤੀ ਵੀ ਅਡਲਟਰੇਸ਼ਨ 'ਤੇ ਰੋਕ ਕਿਵੇਂ ਲਾਈ ਜਾਵੇ। ਉਹ ਉਹਨਾਂ ਨੇ ਸਾਡੇ ਨਾਲ ਇੱਕ ਅਸੀਂ ਕਿਹਾ ਵੀ ਸਾਨੂੰ ਜਿਹੜੇ ਇਕਵਿਪਮੈਂਟ ਡੇਅਰੀ ਦੇ ਆਉਂਦੇ ਆ ਉਹਨਾਂ ਨੂੰ ਡਿਊਟੀ ਵੱਧ ਲੱਗਦੀ ਆ, ਉਹ ਐਗਰੀਕਲਚਰ ਵਾਲੀ ਲੱਗੇ, ਉਹ ਵੀ ਉਹ ਮੰਨੇ ਆ। ਇੱਕ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜੇ ਸਪਲੀਮੈਂਟ ਆਉਂਦੇ ਫੀਡ ਸਪਲੀਮੈਂਟ, ਉਹ ਵੀ ਬਾਹਰੋਂ ਇੰਪੋਰਟ ਡਿਊਟੀ ਐਕਵਾ 'ਤੇ 5% ਕੀਤੀ ਹੈ, 15 ਤੋਂ ਸਾਨੂੰ 15 ਦੇਣੀ ਪੈਂਦੀ ਆ, ਉਹ ਵੀ ਉਹਨਾਂ ਨੇ ਮੰਨੇ ਆ। ਇਹੋ ਜਿਹੀਆਂ ਕਾਫੀ ਗੱਲਾਂ ਜਿਹੜੀਆਂ ਉਹ ਦੇਖ ਕੇ ਬੰਦੇ ਦਾ ਮਾਈਂਡ ਚੇਂਜ ਹੁੰਦਾ, ਉਹ ਉਹਨਾਂ ਦਾ ਮਨ ਚੇਂਜ ਹੋਇਆ ਵੀ ਹਾਂ ਵੀ ਇਹ ਗੱਲ ਇਹਨਾਂ ਦੀ ਵਾਜਬ ਗੱਲਾਂ। ਉਹਨਾਂ ਸਾਨੂੰ ਬੁਲਾਇਆ ਵਾ ਅਗਲੇ 10 ਦਿਨ ਬਾਅਦ, ਅਤੇ ਅਸੀਂ ਉਹਨਾਂ ਨੂੰ ਮਿਲ ਕੇ ਸਾਰੇ ਮਸਲੇ ਸਾਡੇ ਹੱਲ ਹੋ ਜਾਣਗੇ ਮੈਨੂੰ ਲੱਗਦਾ। ਅਤੇ ਇਹੀ ਸ਼ੋਅ ਦੀ ਪ੍ਰਾਪਤੀ ਹੈ। ਜਦੋਂ ਸ਼ੋਅ ਇਹ ਕਿਸਾਨ ਵੀ ਇੱਥੇ ਬਹੁਤ ਕੁਝ ਸਿੱਖਦੇ ਆ, ਨਵੇਂ ਕਿਸਾਨ ਪੈਦਾ ਹੁੰਦੇ ਆ, ਜਿਹੜੇ ਕੰਮ ਕਰ ਰਹੇ ਆ ਉਹ ਨਸਲ ਸੁਧਾਰ ਕਰਨ ਵਾਲੇ ਉਤਸ਼ਾਹਿਤ ਹੁੰਦੇ ਆ, ਕੰਪਨੀਆਂ ਤੋਂ ਟ੍ਰੇਨਿੰਗ ਲੈਂਦੇ ਆ, ਅਤੇ ਜਿਸ ਤਰੀਕੇ ਦੇ ਅਫਸਰਸ਼ਾਹੀ ਵੀ ਆਉਂਦੀ ਆ ਉਹਨਾਂ ਨੂੰ ਵੀ ਦੇਖ ਕੇ ਪਤਾ ਲੱਗਦਾ ਇੱਥੇ ਕੀ ਹੋ ਗਿਆ। ਅਤੇ ਇਹੀ ਜਿਹੜੀਆਂ ਗੱਲਾਂ ਵਾ ਵਾਜਬ ਗੱਲਾਂ ਉਹ ਮੰਨੀਆਂ ਜਾਂਦੀਆਂ। ਇਹ ਇਹੋ ਜਿਹਾ ਪਲੇਟਫਾਰਮ ਆ, ਇਹ ਸਾਰਿਆਂ ਲਈ ਆ, ਡੇਅਰੀ ਫਾਰਮਰ ਲਈ ਆ, ਕੰਪਨੀਆਂ ਲਈ ਆ,
ਅਧਿਕਾਰੀਆਂ ਲਈ ਹੈ, ਸਰਕਾਰਾਂ ਲਈ ਵੀ ਹੈ ਕਿ ਉਹਨਾਂ ਨੂੰ ਪਤਾ ਲੱਗੇ ਕੀ ਹੋ ਰਿਹਾ। ਤੇ ਸਾਨੂੰ ਬਰੀਡਰ ਆ, ਸਾਨੂੰ ਆਪਣੀ ਬਰੀਡ ਦਿਖਾਉਣ ਦਾ ਸਾਡੇ ਕਿਸਾਨਾਂ ਨੂੰ ਮੌਕਾ ਮਿਲਦਾ। ਅਸੀਂ ਸਾਰੇ ਦੇਸ਼ ਦੇ ਵਿੱਚ ਬਰੀਡ ਵੇਚਣੀ ਹੁੰਦੀ ਹੈ, ਇਸ ਕਰਕੇ ਵਧੀਆ ਸਰ ਜਿੱਦਾਂ ਐਤਕੀ ਸਟਾਲ ਵਾਲੇ ਜਿਹੜੇ ਹੈਗੇ ਆ ਉਹ ਵੀ ਬੜੇ ਜ਼ਿਆਦਾ ਗਦਾਗਦ ਹੋਏ ਵੇ ਸੀਗੇ ਕਿ ਅਸੀਂ ਇੰਨੀ ਥਾਵਾਂ 'ਤੇ ਜਾ ਕੇ ਸਟਾਲ ਲਾਉਂਦੇ ਆ, ਪਰ PDFA ਦਾ ਜਿਹੜਾ ਹੈਗਾ ਜਿਸ ਤਰੀਕੇ ਨਾਲ 3 ਦਿਨ ਇਹਨਾਂ ਨੇ ਉਹ ਕਹਿੰਦੇ ਸੇਵਾ ਕੀਤੀ ਔਰ ਇਹਨਾਂ ਨੇ ਜਿਹੜਾ ਐਤਕੀ ਸਾਡਾ ਧਿਆਨ ਰੱਖਿਆ ਹੈਗਾ। ਕੀ ਕਹਿਣਾ ਚਾਹੋਗੇ ਕਿ ਤੁਸੀਂ ਬੜਾ ਇੰਟਰਵੀਨ ਕੀਤਾ ਇਸ ਗੱਲ 'ਚ ਵੀ ਜਿਹੜਾ ਬੰਦਾ ਸਾਡੇ PDFA ਨਾਲ ਜੁੜਿਆ, ਚਾਹੇ ਉਹ ਕਿਸਾਨ ਆ ਤੇ ਚਾਹੇ ਉਹ ਸਟਾਲ ਵਾਲਾ ਹੈਗਾ, ਚਾਹੇ ਉਹ ਆ ਕੇ ਸਾਡੇ ਨਾਲ ਅਟੈਚਮੈਂਟ ਹੁੰਦੀ ਆ, ਉਹਦਾ ਅੱਜ ਬਹੁਤ ਬੜਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਉਹਨਾਂ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਅਵੇਲੇਬਲ ਕਰਾਈ ਗਈ। ਨਹੀਂ ਉਹ ਤਾਂ ਚਲੋ ਸਾਡਾ ਜਦੋਂ ਇਹਨਾਂ ਬੁਲਾਇਆ, ਜਿਹਨੂੰ ਬੁਲਾਇਆ ਉਹ ਤਾਂ ਜਿੰਨੇ ਕੁ ਅਸੀਂ ਹੋ ਸਕਦਾ ਅਸੀਂ ਕਰਦੇ ਹਾਂ। ਕਮੀਆਂ ਪੇਸ਼ੀਆਂ ਵੀ ਰਹਿ ਸਕਦੀਆਂ, ਉਹ ਅਗਲੇ ਵਾਰ ਸੁਧਾਰ ਕਰ ਲੈਂਦੀਆਂ। ਕਮੀਆਂ ਵੀ ਹੁੰਦੀਆਂ, ਕੰਮ ਕਰਦੇ ਕਮੀਆਂ ਵੀ ਰਹਿ ਜਾਂਦੀਆਂ, ਕੋਈ ਤਰੁੱਟੀਆਂ ਹੁੰਦੀਆਂ ਨੇ, ਉਹ ਅਗਲੀ ਵਾਰ ਸਾਡੇ 'ਚ ਇਹ ਆ ਵੀ ਜਿਹੜੀਆਂ ਤਰੁੱਟੀਆਂ ਹੁਣ ਅਸੀਂ ਅੱਗੇ ਮੀਟਿੰਗ ਹੋਣੀ ਆ, ਸਹੀ ਤਰੁੱਟੀਆਂ ਨੋਟ ਕਰ ਲਈਆਂ, ਉਹ ਅਗਲੀ ਵਾਰ ਸੁਧਾਰ ਕਰ ਦੇਣਾ। ਹਰੇਕ ਵਾਰ ਕੋਈ ਨਾ ਕੋਈ ਤਰੁੱਟੀ ਵੀ ਆਊਗੀ। ਜੇ ਤੁਸੀਂ 99% ਤੁਸੀਂ ਕਿਸੇ ਨੂੰ ਖੁਸ਼ ਕਰ ਸਕਦੇ ਆ, 1% ਕੁਛ ਰਹਿ ਵੀ ਸਕਦਾ, ਉਹ ਅਸੀਂ ਦੂਰ ਕਰ ਲਈਦਾ। ਕਿਉਂਕਿ ਕਿਸਾਨਾਂ ਦੁਆਰਾ ਕਿਸਾਨਾਂ ਲਈ ਲਾਇਆ ਹੋਇਆ ਸ਼ੋਅ ਆ, ਜੋ ਕਿਸਾਨਾਂ ਮੁਤਾਬਕ ਅਸੀਂ ਫੈਸਲੇ ਆ ਉਹ ਚੇਂਜ ਵੀ ਕਰੀਦੇ ਆ, ਉਸ ਮੁਤਾਬਕ ਅਸੀਂ ਫੈਸਲੇ ਨਵੇਂ ਨਿਯਮ ਵੀ ਬਣਾਈਦੇ ਆ। ਤੇ ਇਸ ਕਰਕੇ ਸਾਰੀਆਂ ਗੱਲਾਂ ਫਾਰਮਰਾਂ ਲਈ ਹੁੰਦੀਆਂ ਨੇ ਤੇ ਫਾਰਮਰਾਂ ਦਾ ਸ਼ੋਅ ਆ। ਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਵੀ ਇਹ ਸ਼ੋਅ ਦੀ ਕਾਮਯਾਬੀ ਸਾਡੇ ਫਾਰਮਰਾਂ ਦੀ ਵੀ ਕਾਮਯਾਬੀ ਆ, ਸਾਡੇ ਪੰਜਾਬ ਦੀ ਵੀ ਕਾਮਯਾਬੀ ਹੈ ਵੀ ਅਸੀਂ ਸਾਰੇ ਦੇਸ਼ ਨੂੰ ਦਿਖਾਇਆ ਵੀ ਕੀ ਕਰ ਦਿੱਤਾ, ਅਸੀਂ ਕਿੱਥੇ ਤੱਕ ਪਹੁੰਚ ਗਏ ਆ। ਇਹ ਸਾਡੀ ਸਾਰਿਆਂ ਦੀ ਕਾਮਯਾਬੀ ਹੈ, PDFA ਮੈਂਬਰਾਂ ਦੀ ਕਾਮਯਾਬੀ ਹੈ, ਸਾਡੇ ਸਾਰੇ ਕਿਸਾਨਾਂ ਦੀ ਕਾਮਯਾਬੀ। ਇਸ ਕਰਕੇ ਸਾਰੇ ਇਹਦੇ ਵਧਾਈ ਦੇ ਹੱਕਦਾਰ ਹੈ। ਥੈਂਕ ਯੂ।